श्री वाहिगुरु। बहुत जन्म बिछड़े थे मालो, ये जन्म तुम्हारे लिखे। कैरवदास आस लग जी मामा, चिर पयो दर्शन लिखे। ये जन्म तुम्हारे लिखे माधो, लिखे जे बिच लालो। 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 लिखे जे बिच लालो, लिखे जे बिच लालो। सोना लिखे जे बिच लालो, लिखे जे बिच लालो। लिखे जे बिच लालो, लिखे जे बिच लालो। लिखे जे बिच लालो, लिखे जे बिच लालो। जन्म तुम्हारे लिखे माधो, लिखे बिच लालो। जन्म तुम्हारे लिखे माधो, लिखे जे बिच लालो। जन्म तुम्हारे लिखे माधो, लिखे जे बिच लालो। जन्म तुम्हारे लिखे माधो, लिखे जे बिच लालो।
ते माधो ये जन्म तुम्हारे लेके कौरव दास आस लग जीवा चिर पयो दर्शन देखे चिर हो गया दर्शन करया नू चिर हो गया दर्शन करया चिर हो गया दर्शन करया चिर हो गया दर्शन करया कर कर जीमा हो गया दर्शन करया हो गया दर्शन करया चिर हो गया दर्शन करया हो गया दर्शन करया हो गया दर्शन करया हो गया दर्शन करया कर कर जीवा हो गया दर्शन करया हो गया दर्शन करया सत्कारयोग गुरु की साची नवाजी साध सिंह जीओ आप सारे माई भाई ਜਿਹੜੇ ਵੀ ਸੰਗਤ ਦੇ ਵਿੱਚ ਪਹੁੰਚੇ ਹੋ ਸਾਰੇ ਬੜੇ ਭਾਗੀ ਹੋ ਕਿਉਂਕਿ ਸਤ ਸੰਗਤ ਦੇ ਵਿੱਚ ਆ ਕੇ ਕੀ ਪ੍ਰਾਪਤ ਹੁੰਦਾ ਹੈ ਸਤਸੰਗ ਦੇ ਵਿੱਚ ਆ ਕੇ ਕੀ ਮਿਲਦਾ ਹੈ ਜਦੋਂ ਸਤਸੰਗ ਦੇ ਵਿੱਚ ਆਪਾਂ ਆਉਂਦੇ ਹਾਂ ਜਾਂ ਕਿਤੇ ਵੀ ਜਾਂਦੇ ਹਾਂ ਗੁਰੂ ਦਾ ਧਿਆਨ ਰੱਖਦੇ ਰਸਨਾ ਤੋਂ ਸ਼ਬਨ ਕਰਦੇ ਜਦੋਂ ਜਾਂਦੇ ਹਨ ਆਪਾਂ ਇੱਕ ਇੱਕ ਕਦਮ ਦਾ ਇੱਕ ਇੱਕ ਸਵੇਰ ਜਗ ਦਾ ਫਲ ਮਿਲਦਾ ਇੱਕ ਕਦਮ ਦਾ ਇੱਕ ਸਵੇਰ ਜਗ ਦਾ ਫਲ ਜਿੰਨੇ ਕਦਮ ਚੱਲ ਕੇ ਜਾਵੋਗੇ ਉਹਨੇ ਕਦਮ ਹੀ ਸਵੇਰ ਜਗ ਦਾ ਫਲ ਮਿਲਦਾ ਹੈ ਔਰ ਸਾਧ ਸੰਗਤ ਜੀ ਫਿਰ ਜਦੋਂ ਸਤਸੰਗ ਦੇ ਵਿੱਚ ਆਉਂਦੇ ਹਾਂ ਪੂਰੇ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ ਗੁਰੂ ਪੂਰਾ ਹੋਵੇ ਦੂਰਾ ਨਾ ਹੋਵੇ ਪੂਰੇ ਗੁਰੂ ਬਾਰੇ ਮਹਾਰਾਜ ਨੇ ਕੀ ਲਿਖਿਆ
पूरा गुरु आराध्या, पूरा जाका नौ, नानक पूरा पाया पूरे के गुरु गाओ। ये सुखमनी साधा साधा पढ़ के हटिया साध संग ऐसा पढ़ो। बख्शी प्रीतमा संगीत पूरिया गुरां दी, तू बख्शी वाहिगुरू संगीत पूरिया गुरां दी। बख्शी प्रीतमा संगत पूरिया गुरां दी, बख्शी प्रीतमा संगत पूरिया गुरां दी। बख्शी वाहिगुरू संगत पूरिया गुरां दी, बख्शी वाहिगुरू संगत पूरिया गुरां दी। पूरिया गुरां दी संगत पूरिया गुरां दी, पूरिया गुरां दी संगत पूरिया गुरां दी। पूरिया गुरां दी संगत पूरिया गुरां दी, पूरिया गुरां दी संगत पूरिया गुरां दी। बख्शी वाहिगुरू संगत पूरिया गुरां दी, बख्शी वाहिगुरू संगत पूरिया गुरां दी। पूरा गुरु आराध्या, पूरा जाका नाम, नानक पूरा पाया पूरे के गाओ। पूरे गुरु की संगत की हुई ਉਹ ਭਵਜਲ ਸਾਗਰ ਤੋਂ ਪਾਰ ਕਰਾਉਂਦੀ ਹੈ। ਕਿਉਂਕਿ ਪੂਰੂ ਗੁਰੂ ਦੇ ਵਿੱਚ ਕੀ ਖਾਸਤਾ ਹੁੰਦੀ ਹੈ,
ਪੂਰਾ ਗੁਰੂ ਸ਼ਬਦ ਰੂਪੀ ਜਹਾਜ਼ ਦੇ ਉੱਪਰ ਚਾੜਨ ਦਾ, ਸ਼ਬਦ ਰੂਪੀ ਕਿਸ਼ਤੀ ਉੱਪਰ ਚਾੜਨ ਦਾ। ਉਹ ਭਵਜਲ ਸਾਗਰ ਹੋਰ ਆ, ਸਮੁੰਦਰ ਹੋਰ ਨੇ, ਜਿੱਥੇ ਦੁਨਿਆਵੀ ਕਿਸ਼ਤੀਆਂ ਫਿਰਦੀਆਂ ਨੇ, ਦੁਨਿਆਵੀ ਜਹਾਜ਼ ਫਿਰਦੇ ਨੇ ਪਾਣੀ ਵਾਲੇ। ਬੰਬੇ ਬੰਦਰਗਾਹ 'ਤੇ ਕਲਕੱਤੇ ਦੇ ਲੋ ਬਥੇਰੇ ਨੇ, ਉਹ ਮਿਲ ਜਾਣਗੇ। ਪਰ ਇਹ ਜਿਹੜੀ ਕਿਸ਼ਤੀ ਹੈ, ਇਹ ਜਿਹੜਾ ਜਹਾਜ਼ ਆ ਕੁਛ ਹੋਰ ਹੈ। ਇਹ ਜਿਹੜਾ ਸਮੁੰਦਰ ਆ ਇਹ ਕੁਛ ਹੋਰ ਆ, ਉਹ ਕਿਸ਼ਤੀ ਹੋਰ ਆ, ਉਹ ਸਮੁੰਦਰ ਹੋਰ ਆ। ਬਾਹਰ ਦੀਆਂ ਗੱਲਾਂ ਨੇ। ਇਹ ਚੌਥੇ ਪਦ ਦੇ ਬਚਨ ਨੇ। ਮਹਾਂਪੁਰਸ਼ ਰੱਬ ਦੇ ਪਿਆਰੇ, ਕਮਾਈ ਕਰਨ ਵਾਲੇ ਅਤੇ ਕਮਾਈ ਨੂੰ ਕਮਾਉਣ ਵਾਲੇ, ਉਹਨਾਂ ਦੇ ਕੋਲ ਜੁਗਤੀ ਹੁੰਦੀ ਹੈ, ਬਹੁਤੀ ਹੁੰਦੀ ਆ, ਜੁਗਤੀ ਨੂੰ ਬਹੁਤੀ ਹੁੰਦੀ ਆ। ਉਹ ਕੀ ਕਰਦੇ ਨੇ ਜਗਿਆਸੂ ਨੂੰ ਨਾਮ ਰੂਪੀ, ਸ਼ਬਦ ਰੂਪੀ ਕਿਸ਼ਤੀ ਦੇ ਉੱਪਰ ਸਵਾਰ ਕਰ ਦਿੰਦੇ ਨੇ। ਫਿਰ ਇਹ ਜਿਹੜਾ ਭਵਜਲ ਸਾਗਰ ਆ, ਜਿਹਦਾ ਕੋਈ ਅੰਤ ਨਹੀਂ ਹੈ, ਕਿੱਥੇ ਮੁੱਕਦਾ ਕਿੱਥੋਂ ਆਇਆ, ਕਿੰਨੀ ਕੁ ਰਹੀ ਆ, ਕੋਈ ਅੰਤ ਨਹੀਂ ਇਹਦਾ, ਉਹਦੇ ਵਿੱਚ ਸਵਾਰ ਕਰ ਦਿੰਦੇ ਨੇ। ਉਹਦੇ ਵਿੱਚ ਸਵਾਰ ਕਰਕੇ ਫਿਰ ਉਹ ਭਵਜਲ ਸਾਗਰ ਨੂੰ ਪਾਰ ਕਰਾ ਦਿੰਦੇ ਨੇ। ਹੁਣ ਇੱਕ ਸ਼ਰਤ ਰੱਖੀ ਹੈ ਮਹਾਂਪੁਰਸ਼ਾਂ ਨੇ। ਕਿਹੜੀ ਸ਼ਰਤ? ਜਗਿਆਸੂ ਨੇ ਜਿਹੜੇ ਨੇ ਇਹ ਨਾਮ ਰੂਪੀ ਕਿਸ਼ਤੀ ਵਿੱਚ ਚੜ੍ਹਨਾ, ਉਹਨੂੰ ਕੀ ਦੇਖਣਾ ਪੈਣਾ ਵੀ ਜਿਹੜੀ ਇਹ ਸਮੁੰਦਰ ਦੇ ਵਿੱਚ ਕਿਸ਼ਤੀ ਹੈ, ਇਹ ਕਿਸ਼ਤੀ ਦੇ ਕੋਈ ਸੇਕ ਤਾਂ ਨਹੀਂ ਹੈਗਾ ਕਿਤੇ ਪਾਣੀ ਪੈ ਜਾਵੇ ਉਹ ਡੁੱਬ ਜਾਵੇ। ਇਹ ਕਿਸ਼ਤੀ ਕਿਤੋਂ ਟੁੱਟੀ ਹੋਈ ਤਾਂ ਨਹੀਂ ਹੈ ਕਿ ਕਿਤੇ ਤੇਲ ਖਾਧੀ ਤਾਂ ਨਹੀਂ, ਪਾਣੀ ਪੈ ਜਾਵੇ ਡੁੱਬ ਜਾਵੇ। ਇਹ ਜ਼ਰੂਰੀ ਹੈ ਦੇਖਣਾ, ਜਿਹਨੇ ਅਸਵਾਰ ਹੋਣਾ। ਫਿਰ ਦੂਜੀ ਚੀਜ਼ ਕੀ ਦੇਖਣੀ ਹੈ, ਇਹ ਕਿਸ਼ਤੀ ਦੇ ਵਿੱਚ ਜਿਹੜਾ ਕਿਸ਼ਤੀ ਨੂੰ ਚਲਾਉਣ ਵਾਲਾ ਮਲਾਹ ਆ, ਉਹਦੇ ਹੱਥ ਪੈਰ ਕੰਮ ਕਰਦੇ ਨੇ। ਜਿਹੜਾ ਚੱਪੂ ਬਾਰੇ, ਫਿਰ ਉਹਦਾ ਕੀ ਦੇਖਣਾ, ਉਹ ਮਲਾਹ ਦੀ ਨਿਗਾਹ ਠੀਕ ਆ, ਨੇਤਰ ਤੋਂ ਨਿਗਾਹ ਘੱਟਦਾ ਨਹੀਂ, ਕੋਈ ਦੀਦਾ ਘੱਟਦਾ ਨਹੀਂ, ਕਿਤੇ ਪਹਾੜ 'ਚ ਬਾਰੇ। ਇਹ ਸਮੁੰਦਰ ਵਿੱਚ ਵੀ ਪਹਾੜ ਨੇ, ਸਮੁੰਦਰ ਵਿੱਚ ਵੀ ਰਸਤੇ ਨੇ ਸਾਰੇ, ਜਿਵੇਂ ਉੱਪਰੇ ਜਹਾਜ਼ ਦੇ ਰਸਤੇ ਨੇ। ਇਹ ਦੇਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਕਿਸ਼ਤੀ ਨੂੰ ਚਲਾਉਣ ਵਾਲੇ ਦੇ ਹੱਥ ਨਹੀਂ ਕੰਮ ਕਰਦੇ, ਬਾਹਰ ਨਹੀਂ ਕੰਮ ਕਰਦੀਆਂ, ਫਿਰ ਉਹ ਚੱਪੂ ਕਿਵੇਂ ਮਾਰੂਗਾ ਕਿਸ਼ਤੀ 'ਚ, ਆਪਾਂ ਕਿਵੇਂ ਚਲਾਊਗਾ ਕਿਸ਼ਤੀ ਨੂੰ, ਨਹੀਂ ਚਲਾ ਸਕਦਾ। ਇਹ ਦੇਖਣਾ ਬਹੁਤ ਜ਼ਰੂਰੀ ਹੈ। ਦੂਸਰਾ, ਉਹ ਕਿਸ਼ਤੀ ਦੇ ਵਿੱਚ ਜਿਹੜਾ ਵੀ ਕਿਸ਼ਤੀ ਚਲਾਉਂਦਾ, ਉਹਦੀਆਂ ਅੱਖਾਂ ਜ਼ਰੂਰ ਦੇਖ ਲੈਣੀਆਂ ਚਾਹੀਦੀਆਂ ਨੇ ਵੀ ਦੀਦਾ ਵੀ ਹੈਗਾ, ਕਿਤੇ ਕਿਤੇ ਨੂੰ ਕਿਤੇ ਮਾਰੂਗਾ ਤਾਂ ਨਹੀਂ। ਇਹ ਜ਼ਰੂਰੀ ਨਹੀਂ ਗੱਲਾਂ ਦੇਖਣੀ। ਇਹ ਮਹਾਰਾਜ ਨੇ ਭਾਈ ਗੁਰਦਾਸ ਜੀ ਨੇ ਦੱਸਿਆ ਇਹਦੇ ਬਾਰੇ। ਨਾਮ ਕਿਸ਼ਤੀ ਸੰਤ ਮਲਾਹ, ਨਾਮ ਕਿਸ਼ਤੀ ਸੰਤ ਮਲਾਹ, ਇਹ ਤਾਰਦੇ ਨੇ ਖਾਓ ਖਾਓ। ਅੱਜ ਸਾਧੂ ਜਣੇ ਕੜੇ ਤਾਰਦੇ ਨੇ, ਡਿਊਟੀਆਂ ਕਰ ਜੋ ਲਾਈ ਗੁਰੂ ਨਾਨਕ ਦੀ। ਘਰਾਂ ਘਰਾਂ ਵਿੱਚ ਵੜ ਜਾਓ, ਜਾ ਕੇ 20 ਮਹੱਲਿਆਂ ਵਿੱਚ ਜਾਓ, ਜਾ ਕੇ ਪ੍ਰਚਾਰ ਕਰੋ ਵਾਹਿਗੁਰੂ ਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਆਪਾਂ ਦੇਖੋ ਇਹ ਵੀ ਦੇਖਣਾ, ਮੌਕੇ ਦਾ ਮਨਿਸਟਰ ਆ ਜਾਂ ਮੌਕੇ ਦਾ ਕੋਈ ਪਿੰਡ ਦਾ ਸਰਪੰਚ ਆ, ਜਿਹੜਾ ਹੁਕਮ ਉਹਦਾ ਹੋਊਗਾ ਉਹੀ ਚੱਲੂਗਾ, ਕਿਸੇ ਹੋਰ ਦਾ ਚੱਲੂਗਾ?
ਅੱਜ ਰਾਜ ਇੱਥੇ ਮੋਦੀ ਸਾਹਿਬ ਦਾ ਮੰਨ ਲਓ, ਜੇ ਇੰਦਰਾ ਗਾਂਧੀ ਆ ਕੇ ਕਹੇ ਵੀ ਆਹ ਕੰਮ ਕਰੋ, ਇਹ ਨਹੀਂ ਕਰਨਾ, ਨਹੀਂ ਹੋਣਾ। ਅੱਜ ਹੁਕਮ ਮੋਦੀ ਦਾ ਚੱਲੂਗਾ, ਚੱਲ ਰਿਹਾ, ਕਿਉਂਕਿ ਰਾਜ ਇਹਦਾ। ਆਪਾਂ ਨੇ ਇਹ ਵੀ ਧਿਆਨ ਕਰਨਾ ਕਲਯੁਗ ਦੇ ਵਿੱਚ ਰਾਜ ਕਿਹਦਾ ਹੁਕਮ ਚੱਲਦਾ, ਇਹ ਵੀ ਦੇਖਣਾ ਪਊਗਾ ਨਾ। ਫਿਰ ਜਿਹਦਾ ਰਾਜ ਹੈ, ਜਿਹਦਾ ਹੁਕਮ ਚੱਲਦਾ, ਉਹ ਜਹਾਜ਼ ਵਿੱਚ ਹੀ ਚੜ੍ਹਨਾ, ਉਹ ਸ਼ਬਦ ਦਾ ਅਭਿਆਸ ਕਰਨਾ। ਅੱਜ ਰਾਜ ਹੈ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦਾ ਕਲਯੁਗ ਦੇ ਵਿੱਚ, ਰਾਜ ਕਲਯੁਗ ਦੇ ਗੁਰੂ ਨਾਨਕ ਦਾ। ਫਿਰ ਜਿੰਨੀ ਵੀ ਗਾਂ ਫੌਜ ਹੈ, ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਤੋਂ ਲੈ ਕੇ ਬ੍ਰਹਮ ਗਿਆਨੀ, ਜਿੱਡੇ ਮਰਜੀ ਬੜੇ ਫਕੀਰ ਤੋਂ ਫਕੀਰ, ਉਹ ਸਾਰੇ ਹੀ ਗੁਰੂ ਨਾਨਕ ਦੀ ਫੌਜ ਨੇ ਅੱਜ। ਕਿਉਂਕਿ ਨਿਰੰਕਾਰ ਤੋਂ ਵੱਡਾ ਕੋਈ ਨਹੀਂ ਹੋ ਸਕਦਾ, ਰੱਬ ਤੋਂ ਵੱਡਾ ਕੋਈ ਨਹੀਂ ਹੋ ਸਕਦਾ। ਨਿਰੰਕਾਰ ਨੇ ਕਲਯੁਗ ਦੇ ਵਿੱਚ ਸ਼ਿਕਾਰ ਦਾ ਰੂਪ ਧਾਰ ਕੇ ਗੁਰੂ ਨਾਨਕ 'ਚ ਆਇਆ ਸੀ। ਨਿਰੰਕਾਰ ਸ਼ਿਕਾਰ ਗੁਰੂ ਨਾਨਕ। ਹੁਣ ਗੁਰੂ ਨਾਨਕ ਨੇ ਕੀ ਸੱਚਖੰਡ ਵਿੱਚੋਂ ਸ਼ਬਦ ਲਿਆਂਦਾ, ਉਹ ਇਹ ਪੜ੍ਹਦੇ ਆਪਾਂ, ਕਿਹੜਾ ਸ਼ਬਦ ਆ, ਇੱਦਾਂ ਪੜ੍ਹੋ। ਜਪੋ ਸਤਿਨਾਮ 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 ਜੀ, ਵਾਹਿਗੁਰੂ 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 ਜੀ। ਸਤਿਨਾਮ ਜੀ, ਵਾਹਿਗੁਰੂ 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 ਜੀ। ਸਤਿਨਾਮ 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 ਜੀ, ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਸਤਿਨਾਮ 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 ਜੀ, ਵਾਹਿਗੁਰੂ 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 ਜੀ। ਸਤਿਨਾਮ 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 ਜੀ, ਵਾਹਿਗੁਰੂ 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 ਜੀ। ਸਤਿਨਾਮ 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 ਜੀ, ਵਾਹਿਗੁਰੂ 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 ਗੁਰਮੰਤਰ। ਸਤਿਨਾਮ ਪੂਰਬਲਾ ਮੰਤਰ।
ਸੱਚਖੰਡ ਨੂੰ ਡਾਇਰੈਕਟ ਪਹੁੰਚਣਾ ਮੂਲ ਮੰਤਰ। ਦਰਗਾਹੋਂ ਲੈ ਕੇ ਮੌਕੇ ਦੇ ਮਾਲਕ ਨੇ, ਮਨਿਸਟਰ ਨੇ, ਕੁਛ ਵੀ ਲਾ ਲਓ, ਅਵਤਾਰ ਨੇ, ਉਹ ਲੈ ਕੇ ਆਏ ਨੇ। ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਇੱਥੇ ਕਲਯੁਗ ਦੇ ਵਿੱਚ 12 ਚੌਕ 48 ਸਾਲ ਤਾਂ ਆਪ ਕੀਤਾ ਪ੍ਰਚਾਰ ਇਹਨਾਂ ਨੇ। ਚਾਰੇ ਕੋਟਾਂ ਵਿੱਚ 12 ਸਾਲ ਕਰੇ ਨੇ। ਕਿਹੜੀ ਸਵਾਰੀ ਕੀਤੀ ਹੈ? ਕੋਈ ਕਾਰ ਨਹੀਂ ਸੀ, ਕੋਈ ਗੱਡੀ ਨਹੀਂ ਸੀ, ਕੋਈ ਗੱਡਾ ਨਹੀਂ ਸੀ, ਕੋਈ ਰਸ ਨਹੀਂ ਸੀ, ਕੁਛ ਨਹੀਂ ਹੁੰਦਾ ਸੀ ਗੁਰੂ ਨਾਨਕ ਕੋਲ। ਅੱਖਾਂ ਵਿੱਚ ਰਹਿਣੀਆਂ ਬਰਦਾਨਾ ਰਬਾਬ ਵਜਾਉਣੀ। ਉਹਨੇ ਆਹ ਸਿਮਰ ਕਰਨਾ ਜਿਹੜਾ ਆਪਾਂ ਕੀਤਾ ਹੁਣ। ਸੁਰਤ ਲਾ ਦਿਓ ਭਾਈ, ਜਿੱਥੇ ਜਾਣਾ ਲਾਲੀ ਜੀ ਜਦੋਂ ਸ਼ਬਦ ਦੀ ਸਮਾਪਤੀ ਹੋਈ, ਨੇਤਰ ਖੋਲ੍ਹੋ, ਉੱਥੇ ਬੈਠੇ ਆ। ਇਹ ਸ਼ਬਦ ਦੀ ਇੱਕ ਸਵਾਰੀ ਅੱਜ ਵੀ ਹੈਗੀ ਹੈ। ਅੱਜ ਸ਼ਬਦ ਦੀ ਸਵਾਰੀ ਕਰਕੇ ਅੱਜ ਵੀ ਜਾਂਦੇ ਨੇ ਮਹਾਂਪੁਰਸ਼, ਪਰ ਬਹੁਤੇ ਨਹੀਂ, ਬਹੁਤੇ ਦੀ ਗਿਣਤੀ ਨਹੀਂ ਹੈ, ਉਹ ਬਿਰਲੇ ਦੀ ਹੈ। ਅੰਤਰ ਗੁਰੂ ਰੰਗਨਾ ਜੀਭਾ ਜਪ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆਂ ਦਰਗੇ ਪਈਏ ਠੋ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਸ ਦੇ, ਜਗ ਮੈਂ ਉਤਮ ਕਾਢੀਏ ਬਿਰਲੀਆਂ ਪਰੇ। ਬਿਰਲੇ ਜੋਗੀ ਨੇ, ਬਿਰਲੇ ਫਕੀਰ ਨੇ, ਬਹੁਤੇ ਨਹੀਂ ਹੈਗੇ ਸੰਸਾਰ ਦੇ ਵਿੱਚ। ਇਹ ਮਹਾਰਾਜ ਦੀ ਬਾਣੀ 'ਚ ਵੀ ਆਪਾਂ ਦੱਸਾਂਗੇ, ਬਾਹਰ ਨਹੀਂ ਜਾਂਦੇ ਕਿਤੇ ਵੀ। ਮਹਾਰਾਜ ਦੀ ਬਾਣੀ ਦੀ ਸ਼ਬਦ ਨੇ ਕੀ ਕਹਿੰਦੀ ਹੈ, ਇੱਦਾਂ ਪੜ੍ਹੋ। ਬਿਰਲੇ ਬਿਰਲੇ ਬੰਦੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਬੰਦੇ ਤੇਰੇ ਨਾਮ ਦੇ ਵਪਾਰੀ। ਬਿਰਲੇ ਨੇ ਉਹ ਬੰਦੇ ਤੇਰੇ ਨਾਮ ਦੇ ਵਪਾਰੀ, ਬਿਰਲੇ ਨੇ ਉਹ ਬੰਦੇ ਤੇਰੇ ਨਾਮ ਦੇ ਵਪਾਰੀ। ਨਾਮ ਦੇ ਵਪਾਰੀ ਤੇ ਨਾਮ ਦੇ ਵਪਾਰੀ, ਨਾਮ ਦੇ ਵਪਾਰੀ ਤੇ ਨਾਮ ਦੇ ਵਪਾਰੀ। ਬਿਰਲੇ ਬਿਰਲੇ ਬੰਦੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਬੰਦੇ ਤੇਰੇ ਨਾਮ ਦੇ ਵਪਾਰੀ। ਗੁਰੂ
ਪਾਤਸ਼ਾਹ ਨੇ ਅੱਗੇ ਫਿਰ ਇਹ ਆਪਣੀ ਫੌਜ ਬਣਾਤੀ ਕਲਯੁਗ ਦਾ ਆਧਾਰ ਕਰਨ ਵਾਸਤੇ। ਕਲਯੁਗ ਦੇ ਵਿੱਚ ਨਾਮਦਾਨ ਦੇ ਕੇ ਉਹਨੂੰ ਭਵਜਲ ਸਾਗਰ ਤੋਂ ਪਾਰ ਲਿਖਾਉਣ ਦੇ ਵਾਸਤੇ ਫਿਰ ਫੌਜ ਅੱਗੇ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਇਹ ਤੋਂ ਵੱਡੀ ਕੋਈ ਤਾਕਤ ਨਹੀਂ ਹੋ ਸਕਦੀ। ਇਹ ਗੁਰੂ ਨਾਨਕ ਤੋਂ ਫਿਰ ਜਿਹੜੀ ਸਾਕਾਂ ਨੇ ਆਪਣੀਆਂ ਬਣਾ ਲਈਆਂ, ਸਾਰੀਆਂ ਆਪਣੀਆਂ ਨੇ। ਨਿਰੰਕਾਰੀ ਮਿਸ਼ਨ ਹੋ ਗਿਆ, ਰਾਧਾ ਸੁਆਮੀ ਮਿਸ਼ਨ ਹੋ ਗਿਆ, ਜਾਂ ਹੋਰ ਜਿੰਨੇ ਪ੍ਰਚਾਰਕ ਮਿਸ਼ਨ ਜਿਹੜੇ ਰੂਹਾਨੀਅਤ ਨੇ ਉਹ ਹੋ ਗਏ। ਅੱਗੇ ਫਿਰ ਉਹ ਸਾਰੇ ਹੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਫੌਜ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਲਯੁਗ ਦੇ ਅਵਤਾਰ ਪੂਰਨ ਥਾਪ ਕੇ ਮੋਹਰ ਲੱਗ ਕੇ ਆਈ ਜਾਣ ਨੂੰ, ਜਿਹੜੇ ਕਿ ਨਿਰੰਕਾਰ ਨੇ ਆਪ ਆਪਣਾ ਸਾਕਾਰ ਰੂਪ ਧਾਰਿਆ। ਸਾਕਾਰ ਰੂਪ ਧਾਰ ਕੇ ਉਹ ਗੁਰੂ ਨਾਨਕ ਦੇ ਸਰੀਰ ਦੇ ਵਿੱਚ ਆਏ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਤੋਂ ਉਪਰੰਤ ਇਹ ਸਾਰੇ ਹੀ ਜਿਹੜੇ ਮਹਾਂਪੁਰਸ਼ ਰੱਬ ਦੇ ਪਿਆਰੇ, ਇਹਨਾਂ ਨੂੰ ਜੋ ਮਰਜ਼ੀ ਕਰ ਲਓ, ਇਹ ਤੁਹਾਡੀ ਆਪਣੀ ਸ਼ਰਧਾ। ਇਹ ਨਹੀਂ ਕਹਾਉਂਦੇ ਇਹਨਾਂ ਨੂੰ ਫਕੀਰ ਕਹਿ ਦਿਓ, ਇਹਨਾਂ ਨੂੰ ਗਰੀਬ ਕਹਿ ਦਿਓ, ਇਹਨਾਂ ਨੂੰ ਮੰਗਤੇ ਕਹਿ ਦਿਓ, ਇਹਨਾਂ ਨੂੰ ਕੁਛ ਕਹਿ ਦਿਓ, ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਫਕੀਰ ਭੇਜੇ ਫਿਰ ਨੇ, ਉਹ ਜਦੋਂ ਭੇਜੇ ਨੇ ਉਹਨਾਂ ਨੇ ਇੱਕ ਤਾਂ ਨਾਮ ਰੂਪੀ ਜਹਾਜ਼ ਦੇ ਕੇ, ਕਿਸ਼ਤੀ ਦੇ ਕੇ ਉਹਦੇ ਵਿੱਚ ਸਵਾਰ ਕਰ ਦੇਣਾ। ਹੋ ਜਾ ਭਾਈ ਸਵਾਰ। ਇਹ ਜਿਹੜਾ ਭਵਜਲ ਸਾਗਰ ਆ ਸੰਸਾਰ ਰੂਪੀ ਅੱਜ, ਇਹਦੇ ਵਿੱਚੋਂ ਪਾਰ ਕਰਕੇ ਫਿਰ ਉਹਨਾਂ ਮਹਾਂਪੁਰਸ਼ਾਂ ਨੇ ਬਿਠਾ ਦੇਣਾ। ਆਪ ਬਣਦੇ ਨੇ ਮਲਾਹ। ਨਾਮ ਬੇੜੀ ਸੰਤ ਮਲਾਹ, ਤਾਰਦੇ ਨੇ ਖਾਮ ਖਾ। ਇਹ ਤਾਂ ਫਿਰ ਇਸ ਤੋਂ ਦੋਏ ਪੱਖ ਆਪਾਂ ਚਲਾਵਾਂਗੇ, ਦੂਆ ਪੱਖ ਵੀ ਚਲਾਵਾਂਗੇ ਪਾਣੀ ਵਾਲਾ ਵੀ। ਰੂਹਾਨੀਅਤ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੂਗਾ ਰੂਹਾਨੀਅਤ ਕੀ ਖੇਡ ਆ। ਇੱਧਰ ਇੱਕ ਰੋਮ ਦਾ ਵਾਸਤਾ ਹੋਇਆ ਕੌਰੂ ਬਾਦਸ਼ਾਹ। ਉਹ ਕੌਰੂ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਰਾਜ ਦੇ ਵਿੱਚ ਉਹਨੇ 40 ਗੰਜ ਮਾਇਆ ਜੋੜੀ। 40 ਗੰਜ ਮਾਇਆ ਇੱਥੇ ਤੱਕ ਇੰਨੀ ਖੁਆਇਸ਼ ਨੂੰ ਮਾਇਆ ਦੀ ਵਧੀ, ਮੁਰਦੇ ਦਫਨਾਏ ਹੋਏ ਮੁਸਲਮਾਨਾਂ ਦੇ ਕਬਰਾਂ ਪੱਟ ਕੇ ਉਹਨਾਂ ਦੇ ਮੂੰਹ ਦੇ ਵਿੱਚ ਰੁਪਈਏ ਦੇ ਦਿੰਦੇ ਨੇ। ਮੁਸਲਮਾਨਾਂ ਦੀ ਇੱਕ ਵਿਧੀ ਹੈ, ਜਦੋਂ ਕਬਰ ਦੇ ਵਿੱਚ ਉਹ ਬੰਦੇ ਨੂੰ ਤੁਰਾਉਂਦੇ ਨੇ, ਉਹਦੇ ਵਿੱਚ ਮੂੰਹ ਦਾ ਚਾਂਦੀ ਰੁਪਈਏ ਦਿੰਦੇ ਨੇ ਮੂੰਹ ਚੱਕ। ਕੌਰੂ ਪਾਤਸ਼ਾਹ ਨੇ ਉਹ ਵੀ ਪੈਸੇ ਕਢਾ ਲਏ ਜਿਹੜੇ ਕਿ ਮਰੇ ਹੋਏ ਬੰਦੇ ਦੇ। ਇੰਨੀ ਲਾਲਸਾ ਵੱਧ ਗਈ ਹੁਣ ਸਾਧ ਸੰਗਤ ਜਦੋਂ ਵੀ ਕੋਈ ਆਉਂਦਾ ਉਹਨੂੰ ਲੁੱਟਦਾ, ਕਦੋਂ ਵੀ ਕੋਈ ਆਉਂਦਾ ਉਹਨੂੰ ਮਾਰਦਾ, ਉਹਨੂੰ ਸ਼ਰਧਾ ਨਹੀਂ ਹੈ। ਪੈਸੇ ਭਰੀ ਜਾਂਦਾ, ਖਜ਼ਾਨਾ ਲਾਇਆ ਹੋਇਆ। ਆਰਡਰ ਕਰਤਾ ਆਪਣੇ ਰਾਜ ਦੇ ਵਿੱਚ, ਰੋਮ ਸ਼ਹਿਰ ਦੇ ਵਿੱਚ ਸਾਰੇ ਆਰਡਰ ਕਰਤਾ ਕੌਰੂ ਪਾਤਸ਼ਾਹ ਨੇ ਕਿ ਕਿਤੇ ਵੀ ਤੁਹਾਨੂੰ ਅੱਗੇ ਸਿੱਕੇ ਹੁੰਦੇ, ਚਾਂਦੀ ਰੁਪਏ ਹੁੰਦੇ, ਤੇ ਆਹ ਨਹੀਂ ਸੀ ਆਪਣੇ ਕਾਗਜ਼ ਕੂਗਜ਼ ਨਹੀਂ ਚੱਲੇ ਸੀ ਉਸ ਵਿੱਚ। ਇਹ ਤਾਂ ਹੁਣ ਚੱਲੇ ਨੇ। ਚਾਂਦੀ ਦੇ ਰੁਪਈਏ ਹੁੰਦੇ ਸੀ। ਹੁਣ ਉਹ ਜਦੋਂ ਵੀ ਕੋਈ ਮੁਸਲਮਾਨ ਵੀਰ ਨੇ ਸੀ ਛੱਡਣਾ, ਉਹਦੇ ਮੂੰਹ ਦੇ ਵਿੱਚ ਰੁਪਈਆ ਦੇ ਕੇ ਉਹਨੂੰ ਦੱਬਣਾ। ਉਹਨੂੰ ਸਾਰੇ ਰਾਜ ਦੇ ਵਿੱਚ ਉਹਨੇ ਹੁਕਮ ਕਰਤਾ, ਜਿੰਨੇ ਆਪਣੇ ਬੰਦੇ ਸੀ, ਜਿੰਨੇ ਵਜ਼ੀਰ ਸੀ, ਅਹਿਲਕਾਰ ਸੀ, ਜਾਓ ਕਿਸੇ ਦੇ ਘਰ ਦੇ ਵਿੱਚ ਤੁਹਾਨੂੰ ਰੁਪਈਆ ਦੀਦਾ
ਕਿਸੇ ਦੇ ਘਰ ਦੇ ਵਿੱਚ ਤੁਹਾਨੂੰ ਚਾਂਦੀ ਦਾ ਪੌਲਾ ਦਿੰਦਾ, ਇੱਥੇ ਮੇਰੇ ਖਜ਼ਾਨੇ ਵਿੱਚ ਲਿਆ ਕੇ ਢੇਰੀ ਕਰ ਦਿਓ। ਜਿਹੜਾ ਕੋਈ ਨਹੀਂ ਦਿੰਦਾ ਉਹਨੂੰ ਧੱਕੇ ਨਾਲ ਖਤਮ ਕਰ ਦਿਓ, ਉਹਨੂੰ ਮਾਰ ਦਿਓ, ਮਾਰ ਕੇ ਪੈਸੇ ਲਿਆਓ ਜੋੜ 'ਚ। ਕਿਸੇ ਵੀ ਤਰੀਕੇ ਨਾਲ ਲਿਆਓ, ਪੈਸੇ ਇਕੱਠੇ ਕਰੋ, ਮੇਰਾ ਖਜ਼ਾਨਾ ਪੂਰਾ ਭਰੋ। ਇਹ ਹੁਕਮ ਕਾਰੂ ਪਾਤਸ਼ਾਹ ਨੇ ਕਰ ਦਿੱਤਾ। ਹੁਣ ਸਾਰੇ ਬੰਦੇ ਭੇਜਤੇ ਸ਼ਹਿਰ ਦੇ ਵਿੱਚ, ਘਰਾਂ ਵਿੱਚ ਲੁੱਟਣ ਲੱਗ ਗਏ। ਰੋਮ ਸ਼ਹਿਰ ਸਾਰੇ ਭਾਰਤੀ ਸ਼ਹਿਰ 'ਚ ਖਜ਼ਾਨੇ ਲਾਗੇ ਭਰਨ। ਹੁਣ ਇੱਥੇ ਤੱਕ ਵੀ ਜਦੋਂ ਸਾਰੇ ਪੈਸੇ ਮੁੱਕ ਗਏ, ਫਿਰ 5 ਵਜ਼ੀਰਾਂ ਦੀ ਡਿਊਟੀ ਲਾਈ ਸਪੈਸ਼ਲ, ਵੀ ਜਾਓ ਹੁਣ ਤੁਹਾਡੀ ਡਿਊਟੀ ਆ, ਇਕੱਲੇ ਘਰ ਦੇ ਵਿੱਚ ਜਾ ਕੇ ਵੜ ਜਾਓ, ਇਕੱਲੇ ਘਰ ਦੇ ਵਿੱਚ ਜਾ ਕੇ ਦੇਖੋ ਕਿ ਇਹਦੇ ਚਾਂਦੀ ਦਾ ਰੁਪਈਆ ਤਾਂ ਨਹੀਂ ਹੈਗਾ। ਜੇ ਚਾਂਦੀ ਦਾ ਰੁਪਈਆ ਹੈ ਤਾਂ ਉਹ ਤੋਂ ਖੋਹ ਕੇ ਮੇਰੇ ਖਜ਼ਾਨੇ ਵਿੱਚ ਲਿਆਓ। ਕਿਉਂ ਹੁਕਮ ਹੁੰਦਾ, ਹੁਕਮ ਵਜਾਉਣਾ। ਹੁਣ ਗੁਰਮੁਖੋ ਜਦੋਂ ਸਾਰੇ ਰੋਮ ਸ਼ਹਿਰ ਨੇ ਵਿੱਚੋਂ ਰੁਪਈਏ ਕੱਢ ਲਏ, ਚਾਂਦੀ ਦੇ ਕਢਾ ਲਏ ਸਾਰੇ, ਤਾਂ ਫਿਰ ਹੁਕਮ ਦਿੱਤਾ। ਦੇਖੋ ਇੱਥੇ ਤੱਕ ਵੀ ਗਿਰਾਵਟ ਆ ਜਾਂਦੀ ਇਹਨਾਂ ਲੋਕਾਂ 'ਚ, ਜਿਹੜੇ ਰਾਜੇ ਲੋਕ ਨੇ। ਕਾਰੂ ਪਾਤਸ਼ਾਹ ਕਹਿੰਦਾ ਫਿਰ ਐਂ ਕਰੋ, ਹੁਣ ਮੇਰੀ ਕੁੜੀ ਹੈ ਜਿਹੜੀ ਨੂੰ ਚੌਕ ਦੇ ਵਿੱਚ ਖੜਾ ਦੋ ਲਿਜਾ ਕੇ। ਚੌਕ ਦੇ ਵਿੱਚ ਖੜਾ ਕੇ ਉੱਥੇ ਬੁਨਿਆਦੀ ਕਰਾ ਦਿਓ ਸਾਰੇ ਸ਼ਹਿਰ ਦੇ ਵਿੱਚ। ਕਾਰੂ ਪਾਤਸ਼ਾਹ ਦੀ ਲੜਕੀ ਚੌਕ ਦੇ ਵਿੱਚ ਜਿਹੜੇ 1 ਰੁਪਈਆ ਜਿਹੜਾ ਦੇ ਦੂਗਾ ਉਹ ਵਿਆਹ ਕਰ ਦੂਗਾ। 1 ਰੁਪਈਆ ਦੇ ਕੇ ਵਿਆਹ ਕੇ ਲੈ ਜਾਵੇ ਕਾਰੂ ਪਾਤਸ਼ਾਹ ਦੀ ਲੜਕੀ ਨੂੰ। ਖੜਾਤੀ। ਹੁਣ ਰੁਪਈਆ ਕਿਸੇ ਕੋਲ ਛੱਡਿਆ ਹੋਵੇ ਤਾਂ ਰੁਪਈਆ ਹੋਵੇ, ਰੁਪਈਏ ਸਾਰੇ ਕਢਾ ਲਏ, ਸਾਰੇ ਦੇ ਖਾਲੀ ਕਰਾ ਲਏ। ਖਾਲੀ ਕਰਾ ਕੇ ਜਦੋਂ ਪੁੱਛਿਆ, ਸਾਰਿਆਂ ਨੂੰ ਇਕੱਠੇ ਕੀਤੇ ਵਜ਼ੀਰ ਕਚਹਿਰੀ ਬਹਿ, ਕਿਉਂ ਵੀ ਦੇਖਿਆ ਕਿਸੇ ਕੋਲ ਰਹਿ ਤਾਂ ਨਹੀਂ ਗਿਆ ਪੈਸਾ। ਅਸੀਂ ਤਾਂ ਬਾਹਰ ਬੁਨਿਆਦੀ ਵੀ ਕਰਾਤੀ, ਲੜਕੀ ਥੋੜ੍ਹੀ ਚੌਕ ਦੇ ਵਿੱਚ ਖੜੀ ਆ, ਉੱਥੇ ਕੋਈ ਕਿਸੇ ਨੇ ਰੁਪਈਆ ਨਹੀਂ ਦਿੱਤਾ, ਕੋਈ ਕੁਛ ਨਹੀਂ ਕਰਿਆ, ਕੋਈ ਔਰਡਰ ਨਹੀਂ ਲਿਖਾਇਆ, ਕੋਈ ਸਾਡੇ ਕੋਲ ਆਇਆ ਨਹੀਂ ਹੈ। ਅੱਛਾ, ਫਿਰ ਬੁਨਿਆਦੀ ਕਰਾਊਂ, ਦੁਬਾਰਾ ਫਿਰ ਬੁਨਿਆਦੀ ਕਰਾਤੀ ਬਾਜ਼ਾਰ 'ਚ। ਜੇ ਕਿਸੇ ਨੇ ਸ਼ਾਦੀ ਕਰਾਉਣੀ ਹੈ, ਕਾਰੂ ਪਾਤਸ਼ਾਹ ਦੀ ਲੜਕੀ ਚੌਕ ਦੇ ਵਿੱਚ ਖੜੀ ਹੈ, ਰੁਪਈਆ ਦਿਓ ਸ਼ਾਦੀ ਕਰਾਓ, ਰੁਪਈਆ ਦਿਓ ਸ਼ਾਦੀ ਕਰੋ। ਹੁਣ ਗੁਰੂ ਪਿਆਰਿਓ, ਇੱਕ ਮਾਈ ਦੇ ਘਰ ਵਾਲਾ ਮਰਿਆ ਹੋਇਆ ਸੀ, ਰੰਡੀ ਸੀ ਉਹਦੇ ਘਰ ਵਾਲਾ ਮਰ ਗਿਆ ਸੀ। ਇੱਕ ਸੀ ਉਹਦੇ ਪੁੱਤ। ਹੁਣ ਉਹ ਮੁੰਡਾ ਕਹਿੰਦਾ ਆਪਦੀ ਮਾਂ ਨੂੰ ਖੜੇ ਪੈ ਗਿਆ, ਕਹਿੰਦਾ ਮਾਂ, ਕਹਿੰਦਾ ਤੂੰ ਮੈਨੂੰ ਚਾਂਦੀ ਦਾ ਰੁਪਈਆ ਦੇ, ਮੈਂ ਰਾਜੇ ਦੀ ਲੜਕੀ ਨਾਲ ਸ਼ਾਦੀ ਕਰਾਉਣੀ ਆ। ਉਹ ਕਹਿੰਦੀ ਪੁੱਤ ਮੈਂ ਤੈਨੂੰ ਕਿੱਥੋਂ ਦੇਵਾਂ, ਉਹਨੇ ਤਾਂ ਸਾਰੇ ਛੱਡੀ ਨਹੀਂ, ਸਾਰੇ ਘਰਾਂ ਵਿੱਚ ਵਜ਼ੀਰ ਭੇਜ, ਤਿਆਰ ਕਰ ਭੇਜਤੇ, ਪਰ ਲੁੱਟੇ ਚਾਂਦੀ ਰੁਪਈਏ ਕੋਈ ਨਹੀਂ ਹੈ। ਉਹ ਇਕੱਲਾ ਮੁੰਡਾ ਬਾਈ ਦਾ, ਰੱਡੀ ਦਾ, ਹਫ਼ਤਾ ਕੋਈ ਉਹਦੇ ਘਰ ਵਾਲੇ ਮਰੇ ਨੂੰ, ਮੁੰਡਾ ਇੱਕ ਚੀਜ਼ ਲਾੜਲਾ ਸੀ। ਕਹਿੰਦਾ ਮਾਤਾ ਨਹੀਂ ਤਾਂ ਮੈਨੂੰ ਦੇ ਰੁਪਈਆ ਤੂੰ, ਨਹੀਂ ਫਿਰ ਮੈਂ ਤੇਰੀ ਸੱਗੀ ਕੁੱਟ ਦੂੰ ਬਣ ਕੇ। ਅੱਜ ਬੜੇ ਵਾਕੇ ਹੋ ਰਹੇ ਨੇ ਪੰਜਾਬ ਦੇ ਵਿੱਚ ਵੀ, ਸਾਰੇ ਹੀ ਹੁੰਦੇ ਨੇ, ਨਸ਼ੇ ਪੱਤੇ ਵਾਲੇ ਮੁੰਡੇ ਨੌਜਵਾਨ ਜਿਹਨਾਂ ਨੂੰ ਨਸ਼ਾ ਨਹੀਂ ਮਿਲਦਾ, ਮਾਂ ਪਿਓ ਦੇ ਸੱਗੀ ਵਿੱਚ ਅੰਗੂਠਾ ਦੇ ਕੇ ਮਾਰ ਦਿੰਦੇ ਨੇ, ਉਹਦੇ ਜਾਇਦਾਦਾਂ ਲੈ ਜਾਂਦੇ ਨੇ। ਨਸ਼ਾ ਇੰਨਾ ਵਧੀਆ, ਇੰਨਾ ਨਸ਼ਾ ਜ਼ਾਲਮਾ। ਅੱਜ ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰੇ ਪਏ ਨੇ।
ਅੱਜ ਨਸ਼ਿਆਂ ਨੇ ਘਰਾਂ ਦੀ ਨੀਂਦ ਉਡਾਈ ਪਈ ਆ। ਬਹੁਤ ਸਮਾਂ ਭਿਆਨਕ ਚੱਲਦਾ। ਉਹ ਕੋਈ ਬਿਰਲੀ ਆਤਮਾ ਨੇ ਜਿਹੜੀਆਂ ਗੁਰੂ ਨਾਨਕ ਦੇ ਜਹਾਜ਼ ਦੇ ਉੱਪਰ ਚੜ੍ਹ ਗਈਆਂ, ਜਿਹੜੀਆਂ ਪਾਜਲ ਪਾਪ ਸੱਗ ਦੇ ਵਿੱਚ ਫਿਰਦੀਆਂ ਰਹਿ ਇਹ ਕਿਨਾਰੇ ਲੱਗ ਜਾਣਗੀਆਂ, ਲੱਗ ਜਾਣਗੇ ਕਿਨਾਰੇ। ਉੱਥੋਂ ਗਾ ਵੀ ਵਜਾ ਦਿੰਦੇ ਨੇ ਰੱਬ ਦੇ ਪਿਆਰੇ। ਹੁਣ ਗੁਰਮੁਖ ਜਦੋਂ ਖਹਿੜੇ ਪੈ ਗਿਆ ਤਾਂ ਮਾਂ ਦੇ ਗਲ 'ਚ ਅੰਗੂਠਾ ਦੇਣ ਲੱਗਿਆ ਇੱਦਾਂ, ਵੇਲਾ ਜੇ ਤਾਂ ਜਿਹੜੇ ਮੈਨੂੰ ਰੁਪਈਆ ਕਿਤੇ ਹੈਗਾ, ਨਹੀਂ ਤੈਨੂੰ ਦੱਬ ਦਾ ਅੰਗੂਠਾ ਦੇ। ਉਹ ਤਾਂ ਆਪਾਂ ਗਰੀਬ ਹਾਂ, ਤੈਨੂੰ ਪਤਾ ਤਾਂ ਹੈਗਾ। ਤੇਰਾ ਅੱਬਾ ਨੇ ਸੀ ਛੱਡਦਾ, ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ, ਪੈਸੇ ਸਾਰੇ ਲੁੱਟ ਕੇ ਲੈ ਗਿਆ ਕੌਰੂ ਪਾਸਾ, ਮੈਂ ਤੈਨੂੰ ਕਿੱਥੋਂ ਦੱਬਾਂ? ਲੈ ਫਿਰ ਅੰਗੂਠਾ ਦੱਬਾ ਤੇਰਾ। ਜਦੋਂ ਵਰਤ ਆਈ ਫਿਰ ਉਹਨੇ ਮਾਂ ਨੇ ਕਿਹਾ, ਕਹਿੰਦੀ ਮੈਂ ਤੈਨੂੰ ਇੱਕ ਯੁਕਤੀ ਦੱਸ ਸਕਦੀ ਹਾਂ, ਮੈਨੂੰ ਮਾਰਨਾ। ਦੱਸ ਕੀ? ਫਲਾਣੀ ਜਗ੍ਹਾ 'ਤੇ ਫਲਾਣੀ ਕਬਰ ਦੇ ਵਿੱਚ ਤੇਰਾ ਅੱਬਾ ਦੱਬਿਆ ਹੋਇਆ, ਉਹਦੇ ਮੂੰਹ ਦੇ ਵਿੱਚ ਰੁਪਈਆ ਪਿਆ, ਦੱਬਿਆ ਹੋਇਆ ਸੀ, ਦੱਬਦੇ ਮੂੰਹ 'ਚ ਰੁਪਈਏ ਦਿੰਦੇ ਨੇ ਮੁਸਲਮਾਨ ਭਰਾ। ਉਹ ਜਿਹੜੀ ਕਬਰ ਹੈ ਉਹਨੂੰ ਆਪਾਂ ਖਿਲਾ ਲੈਂਦੇ, ਉੱਥੋਂ ਰੁਪਈਆ ਕੱਢ ਲੈਂਦੇ, ਮੈਂ ਤੈਨੂੰ ਰੁਪਈਆ ਦੇਣਾ, ਤੂੰ ਸ਼ਾਦੀ ਕਰਾ ਲਾ, ਚੱਲ ਦੇ। ਉਹਨੂੰ ਕਬਰ ਖੋਦੀ, ਕਬਰ ਖੋਦ ਕੇ ਉਹਦੇ ਵਜ਼ੀਰਾਂ ਨੂੰ, ਉਹ ਕੋਲੇ ਸੀ ਜਦੋਂ ਕਬਰ ਖੋਜੀ, ਉਹਨਾਂ ਨੂੰ ਰੁਪਈਏ ਦਿੱਤਾ, ਲੈ ਬਈ ਆਹ ਲਓ ਰੁਪਈਆ, ਮੈਂ ਕਰੂ ਪਾਸੇ ਲੜਕੀ ਨਾਲ ਸ਼ਾਦੀ ਕਰਾਉਣਾ। ਸ਼ਾਦੀ ਕਿਹਨੇ ਕਰਨੀ ਸੀ, ਕਿਹਨੇ ਕਰਾਉਣੀ ਸੀ? ਉਹਦਾ ਕੋਲੇ ਚਾਰ ਬਣਾਈ ਸੀ ਪੈਸੇ ਕੱਢਣ ਦੀ, ਢੰਗ ਬਣਾਇਆ ਸੀ। ਕਹਿੰਦੇ ਮਹਾਰਾਜ ਕਿਸੇ ਬਾਜ਼ਾਰ ਦੇ ਵਿੱਚੋਂ 1 ਰੁਪਈਆ ਨਹੀਂ ਨਿਕਲਿਆ। ਬੜੇ ਬੜੇ ਸੇਠ, ਬੜੇ ਬੜੇ ਸਾਹੂਕਾਰ, ਬੜੇ ਬੜੇ ਸਰਦਾਰ ਸਾਰੇ ਦੇਖਦੇ। ਜੇ 1 ਰੁਪਈਆ ਮਿਲਿਆ, ਇੱਕ ਗਰੀਬ ਬੁੜੀ ਰਹਿੰਦੀ ਹੈ ਰੰਡੀ, ਉਹਦੇ ਘਰ ਬੜਾ ਗਿਆ ਬਾਹਰ, ਉਹਦੇ ਇੱਕ ਮੁੰਡਾ, ਉਹਨਾਂ ਨੇ 1 ਰੁਪਈਆ ਮਿਲਿਆ, ਲੜਕੀ ਨੂੰ ਵਿਆਹੁਣ ਦੇ ਬਾਅਦ ਦਿੱਤਾ ਉਹਦੇ ਨਾਲ। ਕੌਰੂ ਪਾਤਸ਼ਾਹ ਕਹਿੰਦਾ ਕਿੱਥੋਂ ਦਿੱਤਾ? ਕਹਿੰਦਾ ਕਬਰ ਦੇ ਵਿੱਚੋਂ ਉਹਦਾ ਅੱਬਾ ਮਰਿਆ ਸੀ, ਤਾਂ ਜੋ ਉਹਦੇ ਮੂੰਹ ਦੇ ਵਿੱਚ ਰੁਪਈਏ ਸੀ, ਉਹ ਪੱਟ ਕੇ ਕਢਾਇਆ। ਕਹਿੰਦਾ ਚੰਗਾ ਐਂ ਕਰੋ, ਇਹਨੂੰ ਛੱਡ ਦਿਓ, ਛੱਡ। ਕਹਿੰਦਾ ਐਂ ਕਰੋ, ਸਾਰੇ ਵਜ਼ੀਰਾਂ ਦੀ, ਸਾਰੇ ਬੰਦੇ ਡਿਊਟੀਆਂ ਲਾ ਦਿਓ, ਜਿੰਨੀਆਂ ਵੀ ਕਬਰਾਂ ਨੇ ਰੋਮ ਸ਼ਹਿਰ ਦੇ ਵਿੱਚ, ਸਾਰੀਆਂ ਕਬਰਾਂ ਨੂੰ ਖੋਦੋ, ਖੋਦ ਕੇ ਜਿਹੜੇ ਮੁਰਦੇ ਨੇ, ਮੁਰਦਿਆਂ ਦੇ ਮੂੰਹ ਵਿੱਚ ਪੈਸੇ ਕੱਢੋ। ਹੁਣ ਹੁਕਮ ਸੀ ਰਾਜੇ ਦਾ, ਕੌਰੂ ਪਾਤਸ਼ਾਹ ਨੇ ਹੁਕਮ ਦਿੱਤਾ, ਸਾਰੇ ਬੰਦੇ ਮੜੀਆਂ ਦੇ ਵਿੱਚ ਉੱਧਰੋਂ ਖੜ੍ਹ ਗਏ, ਉੱਧਰੋਂ ਖੜ੍ਹ ਗਏ, ਮੜੀਆਂ ਪੜਦੇ ਨੇ, ਕਬਰ ਦੇ ਵਿੱਚੋਂ ਕਹਿੰਦਾ ਪਿੰਜਰ ਨਿਕਲਦਾ, ਰੁਪਈਏ ਦਾ ਖਾਂਦੇ ਨੇ ਤਾਂ ਪਿੰਜਰ ਨਿਕਲ ਜਾਂਦਾ, ਮਾਸ ਖਾ ਜਾਂਦਾ, ਖਾ ਜਾਂਦੇ ਨੇ ਝੁੰਡ। ਕਬਰ ਦੇ ਵਿੱਚੋਂ ਕਰਬੂਤ ਦੇ ਵਿੱਚੋਂ ਨਿਕਲਦਾ ਰੁਪਈਆ, ਉਹ ਇਕੱਠੇ ਕਰਾ ਲਏ। ਕੌਰੂ ਪਾਤਸ਼ਾਹ ਨੇ ਮਰੇ ਹੋਏ ਕਬਰਾਂ ਵਿੱਚ ਰੁਪਈਏ ਵੀ ਇਕੱਠੇ ਕਰਾ ਲਏ ਸੀ। ਇਤਿਹਾਸ ਦੱਸਦਾ ਇਹ ਗੱਲ। ਹੁਣ ਗੁਰਮੁਖੋ, ਜਦੋਂ ਕੌਰੂ ਪਾਤਸ਼ਾਹ ਘਰ ਨੂੰ ਜਾ ਰਿਹਾ, ਲੁੱਟੀ ਰੁਪਈਏ ਸਾਰੇ, ਉੱਧਰੋਂ ਇੱਕ ਫਕੀਰ ਆ ਗਿਆ, ਫਕੀਰਾਂ ਦੀ ਮੰਡਲੀ ਆ ਗਈ। ਉਹ ਜਿਹੜੇ ਨਾਲ, ਤੇ ਜਿਵੇਂ ਸਾਡੇ ਨਾਲ ਸੇਵਕ ਹੁੰਦੇ ਨੇ 5-4 ਸੇਵਕ ਸੀ ਨਾਲ ਫਕੀਰ ਦੇ। ਕਹਿੰਦੇ ਮਹਾਰਾਜ, ਕਹਿੰਦੇ ਆ ਕੌਰੂ ਪਾਤਸ਼ਾਹ ਬੜਾ ਜ਼ੁਲਮ ਕਰ ਰਿਹਾ ਲੋਕਾਂ ਦੇ। ਕੀ ਜ਼ੁਲਮ ਕਰਦਾ? ਇਹਨੇ ਕਿਸੇ ਦੇ ਘਰ ਦੇ ਵਿੱਚ ਚਾਂਦੀ ਦਾ ਰੁਪਈਆ ਨਹੀਂ ਛੱਡਿਆ, ਰਾਜਾ ਹੁਕਮ ਚੱਲਦਾ ਇਹਦਾ, ਇਹਨੇ ਇੱਥੇ ਤੱਕ ਵੀ ਕਰਤਾ ਮਹਾਰਾਜ, ਸਾਰੀਆਂ ਮੜੀਆਂ ਪਟਾਤੀਆਂ, ਮੁਰਦਿਆਂ ਦੇ ਮੂੰਹ ਤੱਕ ਤੋਂ ਪੈਸੇ ਕਢਾ ਕੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਦੇ। ਫਕੀਰ ਕਹਿੰਦੇ ਕੋਈ ਨਹੀਂ, ਜੋਤੀ ਨਾਲ ਮੁਕਤੀ ਹੁੰਦੀ, ਜੇ ਕਰਦਾ ਕੋਈ ਇਹਨੂੰ ਵੀ। ਹੁਣ ਇੱਧਰ ਗੁਰਮੁਖੋ ਜੋਤੀ ਨਾਲ ਮੁਕਤੀ ਆਊਗੀ, ਆਪਾਂ ਨਾਲ ਦੀ ਨਾਲ ਚਾਲੂ ਰੱਖਾਂਗੇ ਸਾਖੀ ਵੀ। ਇੱਧਰ ਆਪਾਂ ਭਜਨ ਦੀ ਗੱਲ ਕਰਦੇ ਹਾਂ। ਜਦੋਂ ਰੂਹਾਨੀਅਤ ਸਿਮਰ ਕਰਨਾ ਸੁਣੇ
भजन करना सुनने नेत्र विच के इन्हां नेत्रों के पट्टियां के पिछे सुरत नूं लैके जाना। ये सुरत जानियां सिमरन जिहड़ा किसी भी महापुरुष का दिता वो इक्को ही ने, नाम एक आ, महापुरुष एक ने, उन्हें कोई फर्क नहीं। जे वड्डियां पातियां तो मजहब के ठेकेदार ने पातियां, जिहड़े ठेकेदार बड़े फिरदे ने सुक्के नाम नहीं जपते, सिम नहीं करते उन्होंने। तो हुण गुरु प्यारिओ ये सिमरन जिहड़ा है ना, चाहे कोई भी आ, चाहे ब्यास वाला ला लो, चाहे निरकारियां का ला लो, चाहे कोई होर धर्म उन्होंने ला लो, चाहे सिख पंथ का ला लो, सिमरन कोई भी ला लो, एक जुगती आ। की जुगती है? हुण तुसीं देखो जिहड़ा तुहानूं महापुरुषां ने सिमरन दिता जां पंज शब्द किवें भी दस्सिया, जदों तुसीं उन्हें सिमरन करदे हो तुहाडा मन एकाग्र हुंदा? तुहाडा मन किते भजदा तो नहीं हैगा, किते फुल्ला तो नहीं उड़दा? ये मैं लिख के देना, बेली आत्मा होंगे थोड़े च बहुते नहीं होनी बेलियां। इस फुल्ले मन 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 अंदर नहीं है, अंदर कोई लिंक नहीं मानता। मन हैगा सूक्ष्म, मिट्टी, अग, पानी, आकाश। मिट्टी सूक्ष्म, मिट्टी तो बाद ज़्यादा सूक्ष्म हवा सूक्ष्म, हवा तो बाद आकाश, हवा न सूक्ष्म, आकाश तो बाद साबुद्ध। कोई भी शब्द आ जिहड़े महापुरुष शब्द दिंदे ने वो सब तो सूक्ष्म। एक जगह के उपर मैं हैरान होना अज देख के, एक जगह के उपर कबीर सामने लिखा, कबीर ने बहुत कमाई की है, आप कमाई की है, प्रैक्टिकल कमाई की है। कबीर कहता, कबीर मुक्त द्वारा सोकड़ा राई दस में पाए। की कहते हैं कबीर? कहते जिहड़ी जिथे मोती का दरवाजा, कबीर मुक्त द्वारा सोकड़ा राई दस में पाए। जेड़ा जिथे दी सुरत ने जाना, जिथे दी सुरत ने क्रॉस करना, वो तो सूई के नक्के नूं भी ज़्यादा तंग आ। आपां सुतों बनाई फिरदे पहाड़ फुरनियां नाल। एक कबीर साहब अपनी बाणी में कहते हैं, इदा पढ़ो सारे। अगे मोती का द्वारा बहुता पीड़ाए, पार के में लंघेगा मना। मोती का द्वारा बहुता पीड़ाए, कोई पार के में लंघेगा मना। मोती का द्वारा बहुता पीड़ाए,
ਆਏ ਪਾਰ ਕਿਵੇਂ ਲੰਘੇਗਾ ਮਨਾ। ਕੋਈ ਪਾਰ ਕਿਵੇਂ ਹੁਣ ਆਪਾਂ ਇਹਨੂੰ ਬਣਾਉਂਦੇ ਹਾਂ ਹਾਥੀ ਜਿੰਨਾ। ਕਿਵੇਂ ਬਣਾਉਂਦੇ ਆ? ਜੇ ਤਾਂ ਤੁਸੀਂ ਬੈਠੇ ਹੋ ਚੌਕੜਾ ਮਾਰ ਕੇ ਸ਼ਬਦ ਦੇ ਉੱਪਰ, ਸੁਰਤ ਚਾਹੇ ਜਾਂਦੀ ਹੈ ਥੱਲੇ, ਚਾਹੇ ਜਾਂਦੀ ਹੈ ਉੱਪਰ। ਜੇ ਤਾਂ ਤੁਹਾਡਾ ਮਨ ਆ ਗਿਆ ਟਿਕਾਓ, ਮਨ ਕਹਿੰਦੇ ਫੁਰਨਾ ਹੋ ਗਿਆ ਤੁਹਾਡਾ ਬੰਦ, ਫਿਰ ਤਾਂ ਇਸ ਮਨ ਨੂੰ ਬਣਾ ਲੂਗੇ ਕੀੜੀ ਜਿੱਦਾਂ, ਨਹੀਂ ਤਾਂ ਮਨ ਹਾਥੀ ਜਿੱਦਾਂ ਬਣ ਰਿਹਾ। ਸੋਚ ਲਓ ਇਹ ਗੱਲ ਨੂੰ, ਪੁੱਛ ਲਿਓ ਮਹਾਂਪੁਰਸ਼ਾਂ ਨੂੰ ਕਿਤੇ ਜਾ ਕੇ। ਸਿਮਰ 'ਤੇ ਬੈਠਣ ਲੱਗੇ ਤੁਹਾਡਾ ਜਿਹੜਾ ਫੁਰਨਾ, ਕਿਸੇ ਘਰ 'ਚ ਨਹੀਂ ਜਾਣਾ ਚਾਹੀਦਾ, ਕਿਸੇ ਮਾਇਆ ਵਿੱਚ ਨਹੀਂ ਜਾਣਾ ਚਾਹੀਦਾ, ਕਿਸੇ ਬੱਚਿਆਂ ਵਿੱਚ ਨਹੀਂ ਜਾਣਾ ਚਾਹੀਦਾ, ਕਿਸੇ ਕਾਰੋਬਾਰ ਵਿੱਚ ਨਹੀਂ ਜਾਣਾ ਚਾਹੀਦਾ, ਕਿਸੇ ਦਿਨਾਵੀ ਕੰਮਾਂ ਵਿੱਚ ਨਹੀਂ ਜਾਣਾ ਚਾਹੀਦਾ। ਤੁਹਾਡਾ ਫੁਰਨਾ ਜੇ ਜਾਣਾ ਚਾਹੀਦਾ, ਤੁਹਾਡੀ ਸੁਰਤ ਇੱਕ ਸ਼ਬਦ ਦੇ ਨਾਲ ਮਿਲਾਪ ਕਰੇ। ਸ਼ਬਦ ਅਤੇ ਸੁਰ ਦਾ ਮਿਲਾਪ ਕਰਾਉਣਾ, ਇਹ ਹੀ ਮੈਂ ਤੁਹਾਨੂੰ ਯੁਕਤੀ ਦੱਸਣ ਲੱਗਿਆ ਵੀ ਇਹ ਕਿਵੇਂ ਹੋਊਗਾ। ਪਹਿਲਾਂ ਇਹ ਸ਼ਬਦ ਜਿਹੜਾ ਹੈਗਾ ਨਾ, 4 ਬਾਣੀਆਂ ਵਿੱਚ ਤੁਹਾਨੂੰ ਪੜ੍ਹਨਾ, ਕੋਈ ਵੀ ਸ਼ਬਦ ਆ ਚਾਹੇ 4 ਬਾਣੀਆਂ ਦੇ ਵਿੱਚ ਇਹ ਪੜ੍ਹਨਾ ਪਊਗਾ, ਤੁਹਾਨੂੰ ਕਰਨਾ ਪਊਗਾ। ਬੈਕਰੀ ਬਾਣੀ, ਬਸੰਤੀ ਬਾਣੀ, ਮਾਲਵਾ ਬਾਣੀ, ਪਰਾ ਬਾਣੀ, 4 ਬਾਣੀਆਂ ਨੇ। 4 ਬਾਣੀਆਂ ਅੰਦਰ ਨੇ, 4 ਬਾਣੀਆਂ ਇਹਦੇ ਵਿੱਚ ਵੀ ਨੇ। ਖਜ਼ਾਨਾ ਇਹਦੇ ਵਿੱਚ ਹੀ ਹੈ, ਸਾਰਾ ਖਜ਼ਾਨਾ ਇਹਦੇ ਵਿੱਚ ਹੀ ਹੈ। ਇਹਦੇ ਵਿੱਚੋਂ ਹੀ ਖਜ਼ਾਨਾ ਬਿਆਸ ਵਾਲਿਆਂ ਨੇ ਲੁੱਟਿਆ, ਇਹਦੇ ਵਿੱਚੋਂ ਹੀ ਖਜ਼ਾਨਾ ਸਾਡੀ ਸੰਪਰਦਾਇ ਨੇ ਲੁੱਟਿਆ, ਇਹਦੇ ਵਿੱਚੋਂ ਹੀ ਖਜ਼ਾਨਾ ਨਿਰੰਕਾਰੀਆਂ ਨੇ ਲੁੱਟਿਆ, ਇਹਦੇ ਵਿੱਚੋਂ ਹੀ ਖਜ਼ਾਨਾ ਜਿੰਨੇ ਵੀ ਧਰਮ ਬਣੇ ਰੂਹਾਨੀਅਤ ਅੱਜ ਸਾਰਾ ਖਜ਼ਾਨਾ ਬਾਲਕ ਇਹ ਆ। ਇਹ ਅੱਜ ਜਿਹੜੇ ਸਾਡੇ ਲੋਕ ਨੇ, ਅਸੀਂ ਲੋਕ ਇਹ ਤੋਂ ਕਿਉਂ ਵਾਂਝੇ ਰਹਿ ਜਾਂਦੇ ਹਾਂ? ਅਸੀਂ ਬਾਣੀ ਪੜ੍ਹ ਕੇ ਇਹ 'ਤੇ ਅਮਲ ਨਹੀਂ ਕਰਦੇ। ਨਵੇੜੇ ਅਮਲਾਂ ਦੇ ਹੋਣੇ ਨੇ, ਅਮਲ ਨਹੀਂ ਕਰਦੇ। ਸਾਡਾ ਕੀ ਜ਼ੋਰ ਆ? ਪੜ੍ਹਨ 'ਤੇ। ਪੜ੍ਹ ਗੱਡੀ ਲੱਦੀਏ, ਪੜ੍ਹ ਗੱਡੀਏ ਖਾਤ, ਪੜ੍ਹੀਏ ਜਿੱਤੇ ਬਰਸ, ਪੜ੍ਹੀਏ ਜਿੱਤੇ ਮਾਸ, ਪੜ੍ਹੀਏ ਜਿੱਤੀ ਆਰਜਾ, ਪੜ੍ਹੀਏ ਜਿੱਤੇ ਸਵਾਸ। ਨਾਨਕ ਲੇਖੇ ਇੱਕ ਗੱਲ ਰੋਮੇ ਚੱਕੜਾ, ਇੱਕ ਦਾ ਹੀ ਗਿਆਨ ਅਸੀਂ ਦਿੰਦੇ ਹਾਂ। ਇੱਕ ਦਾ ਗਿਆਨ ਹੀ ਬਿਆਸ ਵਾਲੇ ਦਿੰਦੇ ਨੇ, ਇੱਕ ਦਾ ਗਿਆਨ ਹੈ ਨਿਰੰਕਾਰੀ ਮਿਸ਼ਨ ਦਾ, ਇੱਕ ਦਾ ਗਿਆਨ ਹੈ ਜਿਹੜੇ ਮਿਸ਼ਨ ਉਹ ਸਾਰੇ ਇੱਕ ਦੇ ਦਿੰਦੇ ਨੇ। ਜਿਹੜੇ 2 ਦਾ ਦਿੰਦੇ ਨੇ ਉੱਥੇ ਕੁਛ ਨਹੀਂ ਹੈ। 2 ਕਹਿੰਦੇ ਨੇ ਦਵਾਇਤ ਨੂੰ, ਜਿੱਥੇ ਦਵਾਇਤ ਹੋਊਗੀ, ਤੁਸੀਂ ਦੇਖ ਲਓ ਜਿਹੜੇ ਘਰ ਦੇ ਵਿੱਚ ਉਹਨੇ ਕਿਹਾ ਉੱਧਰ ਨੂੰ ਵਗ ਜਾ, ਉਹਨੇ ਕਿਹਾ ਉੱਧਰ ਨੂੰ ਵਗ ਜਾ, ਉਹਨੇ ਕਿਹਾ ਮੈਂ ਨਹੀਂ ਜਾਂਦਾ ਜੀ, ਉਹਨੇ ਕਿਹਾ ਤੂੰ ਉਹ ਕੰਮ ਕਰ ਲਾ, ਤੂੰ ਕਰ ਲਾ, ਮੇਰੇ ਵੱਸ ਦਾ ਨਹੀਂ ਹੈ। ਉੱਥੇ ਸਾਰੀ ਪੈਸਾ ਖਤਮ ਹੋ ਜੂਗੀ। ਦੇਖ ਲਓ ਜਾ ਕੇ, ਖਜ਼ਾਨੇ ਦੇ ਖਜ਼ਾਨੇ ਖਤਮ ਹੋ ਜਾਣਗੇ ਸਾਰੇ। ਗੁਰੂ ਨਾਨਕ ਕੀ ਕਹਿੰਦਾ? ਇੱਕ ਨੇ ਕਿਹਾ, ਦੂਜੇ ਨੇ ਮਾਨੀ, ਸਮਝੋ ਦੋਨੋਂ ਹੀ ਬ੍ਰਹਮ ਗਿਆਨੀ। ਦੋਨੇ ਬ੍ਰਹਮ ਗਿਆਨੀ ਨੇ। ਜੇ ਕਹਿੰਦਾ ਪੁੱਤਰ ਤੂੰ ਜਾ ਕੇ ਦਹੀਂ ਫੜ ਲੈ ਬਾਜ਼ਾਰ ਦੇ ਵਿੱਚੋਂ, ਸਤ ਪਾਤਰ ਪਿਤਾ ਜੀ ਮੈਂ ਜਾਨਾ, ਤੂੰ ਪੁੱਤਰ ਜਾ ਕੇ ਉੱਥੋਂ ਦੁੱਧ ਫੜ ਲਿਆ, ਸਤ ਪਾਤਰ ਮੈਂ ਪਿਤਾ ਹੀ ਜਾਨਾ, ਤੂੰ ਜਾ ਕੇ ਉਹ ਕੰਮ ਕਰਿਆ, ਸਤ ਪਾਤਰ ਮੈਂ ਪਿਤਾ ਹੀ ਜਾਨਾ। ਦੂਰ ਕਹਿੰਦਾ ਤੂੰ ਭਾਈ ਉਹ ਕੰਮ ਕਰਿਆ, ਸਤ ਪਾਤਰ ਮੈਂ ਜਾਨਾ,
मैं दावे ना कहना उत्थे मिट्टी का सोड़ा बनी जाऊगा, मिट्टी का सोड़ा बन लग जूगा मिट्टी का। ऐ जिथे तू भाई उस दही फड़ लिया, मैनू किते बधी हुई है वो बेला ਉਹਨੂੰ भेज दो। जब ਉਹਨੂੰ किहा और तू जाके उत्थों भाई दही फड़ लिया, मेरा ठेका लिया डैडी जी किते, तुसीं मैनू कही जांदे हर वक्त ਉਹ चीज़ ਨੂੰ, ਉਹਨੂੰ ਕਹਿ दो। सारे ने जवाब देता, उत्ते सोने की मिट्टी बन लग जाऊगी, मिट्टी बन जाती है। ये जिते एक आ गया ये एकता बन गया, एकता। जिवें एक मिसाल देते हैं महापुरुष झाड़ू की, एक झाड़ू आ बीबियां ने सुभर दियां ने, एक तीला उहदे विचों कढ लो, आपां ऐ कढ लो तीला, कढ लिया तीला कढ के आपां ये भाई साहब जी बैठे हैं गुरबान नहीं बाबा जी, आप इन्हूं कहता लो बाबा जी एक तीला तोड़ दो, इन्होंने मिट्टी लाउणी, तोड़ दो कि नहीं तोड़ दोगे, तोड़ दोगे दसो, तोड़ दोगे। हाँ जी कहो, हाँ जी, हाँ तोड़ देंगे, तोड़ दो। हुण उहनूं पूरा झाड़ू दे दो बन के, पूरा झाड़ू मोटा करके होर पा के सीका उहदे बन के दो जगह तो इंज दे दो, ला भी हुण तोड़ इहनूं, फिर शाबाश। हुण जब इन्होंने कहता नहीं टुटेगा, तुसीं वो कहते कोई टुटूगा भाई, कह दोगे। एक बाबा जी बैठे ने कृपाल उन्होंने कोल आ अंम੍ਰਿਤਧਾਰੀ ने, किवें झूठ बोलणगे। ਉਹ एकता हो गई, वो झाड़ू आप इकट्ठे करते सारे, एकता बनाती उन्होंने दी, वो टुटना नहीं जोर नाल चाहे खिलना नहीं। एक सीख लैला कढ़ दो, तोड़ के 3 टुकड़े करके वो वड़ पा के, एकता विच ही एकता, एकता विच ही भैथा। सारे महापुरुष एकता नाल जोड़ते हैं, एक नाल जोड़ते हैं। जिन्हें भी महापुरुष एक नाल जोड़ते, दो ना कोई नहीं जोड़ता। सारे दे कोले इक्को ही सिमरना, इक्को ही भजना, पर जुगतियां लैदा ने, जुगतियां लैदा ने। वही मैं थोनों दस देना, कर लो प्रैक्टिकल कर लो भावें। पैर दे जिहड़ा सज्जा पैर का अंगूठा तुहाडा सज्जा, सज्जे पैर के अंगूठे विचों एक नाड़ी जाती आ, वो नाड़ी इत्थों चल के ऐ सीध दे विच होके आ पिछे रीढ़ की हड्डी आ, रीढ़ के हड्डी के विच सेक रिक बहुत बरीक आ, उन्हां दे विच दी कल्ले कल्ले मणके दे विच दी ये क्रॉसिंग करके ਇਹਦਾ ਫਿਰ ਇੱਥੇ ਆਉਂਦੀ ਹੈ ਸਰਵੈਕਲ, ਉਰੇ ਕਹਿੰਦੇ ਇੱਥੇ ਇਕੱਠੀ, ਉਰੇ ਇੱਥੇ ਇੱਥੋਂ ਹੀ ਫੇਰ ਖਿੜਦੀ ਆ, ਇੱਥੋਂ ਇਹ ਖਿੜ ਕੇ ਈੜਾ, ਪਿੰਗਲਾ, ਸੁਖਵਣਾ, 10ਵਾਂ ਦੁਆਰ ਇਹ ਉੱਥੇ ਜਾਂਦੀ ਆ। ਹੁਣ ਕਈ ਤਾਂ ਜਿਹੜੀ ਤਿਰਕੁਟੀ ਆ ਉਹ ਤਾਂ ਇੱਥੋਂ ਵੀ ਖੜਾਉਂਦੇ ਉਹਦੇ ਧਿਆਨ ਰੱਖ ਕੇ, ਇੱਥੋਂ ਵੀ ਖੜ ਜੂਗੇ। ਕਈ ਤਿਰਕੁਟੀ ਖਿਡਾਉਂਦੇ ਨੇ ਇੱਥੇ ਧਿਆਨ ਰੱਖ ਕੇ, ਇੱਥੋਂ ਵੀ ਖੁੱਲ੍ਹ ਜੂਗੀ। ਇਹ ਫਿਰ ਕਈ ਰਸਤੇ ਹੋ ਗਏ ਨਾ, ਰਸਤੇ ਲੈ ਜਾਂਦਾ ਕੋਈ ਤਿਰਕੁਟੀ ਉਹੀ ਖੁੱਲ੍ਹਣੀ ਆ, ਆਪਣੇ ਆਪਣੇ ਹਿਸਾਬ ਨੇ। ਜਿੰਨੀ ਕੁ ਕਿਸੇ ਦੀ ਅਵਸਥਾ ਬਣੀ ਹੋਈ ਆ, ਕਿਸੇ ਨੂੰ ਮਿਲੀ ਹੋਈ ਆ, ਉਹਦੇ ਉੱਤੇ ਕੀ ਅਵਸਥਾ ਹੋ ਜਾਏਗਾ। ਤਾਂ ਹੁਣ ਸਾਧ ਸੰਗਤ ਜੀ, ਕਹਿਣ ਦਾ ਭਾਵ ਕੀ ਹੈ ਵੀ एकता बहुत ही ਜ਼ਰੂਰੀ ਹੈ। एक तो नाम तो बगैर नहीं होनी ਹੁੰਦੀ, ਭਜਨ ਤੋਂ ਬਗੈਰ ਨਹੀਂ ਹੋਣੀ ਹੁੰਦੀ। ਤਾਂ ਜਦੋਂ ਗੁਰੂ ਸ਼ਬਦ ਦਾ ਅਭਿਆਸ ਕਰਾਂਗੇ, ਇਹ ਕਰਦੇ ਕਰਦੇ ਪੈਰ ਦੇ ਗੁੱਠੇ ਤੋਂ ਫਿਰ ਆਪਾਂ ਸੁਰ ਤੋਂ ਚੱਕਣ ਲੱਗ ਜਾਣਾ। ਜਿਹੜੇ ਜਪਜੀ ਸਾਹਿਬ ਦੇ ਪੌੜੀਆਂ ਪੜ੍ਹਦੇ ਆਪਾਂ, ਪੌੜੀਆਂ 21 ਪੌੜੀਆਂ, 2 ਪੌੜੀਆਂ, 3 ਪੌੜੀਆਂ, 4 ਪੌੜੀਆਂ, ਉਹ ਪੌੜੀਆਂ ਹੋਰ ਨੇ, ਇਹ ਪੌੜੀਆਂ ਹੋਰ ਨੇ, ਪੌੜੀਆਂ ਉਹੀ ਨੇ। ਅਸਲ ਜਿਹੜੀ ਚੀਜ਼ ਆ ਨਾ, ਅਸਲ ਚੀਜ਼ ਤੁਹਾਡਾ ਸਰੀਰ ਆ, ਇਹ ਸੋਈ ਸੋਈ ਬ੍ਰਹਮੰਡ ਹੈ, ਸੋਈ ਸੋਈ ਪਿੰਡ ਹੈ, ਜੋ ਖੋਜੇ
ਇਹ ਲੈ ਕੇ ਪੈਰ ਦੇ ਗੁੱਟੇ ਸਿਰ ਦੀ ਚੋਟੀ ਤੱਕ 6 ਫੁੱਟ ਦਾ 5 ਫੁੱਟ ਦਾ ਸਰੀਰ ਲਾ ਲਓ, ਇੱਕ ਬੜਾ ਭਾਰੀ ਬਰਮੰਡਾ ਹੈ ਜਿਹਦਾ ਅੰਤ ਨਹੀਂ ਕੋਈ। ਇਹਦੇ ਵਿੱਚ ਹੀ 33 ਕਰੋੜ ਦੇਵੀ ਦੇਵਤਾ, ਇਹਦੇ ਵਿੱਚ ਹੀ ਜਿੰਨੇ ਵੀ ਸ਼ਬਦ ਦੁਨੀਆ ਭਰ ਦੇ ਤਿੰਨੇ ਲੋਕ 14 ਭਵਨ ਇੱਥੇ ਨੇ ਤੁਹਾਡੇ ਕੋਲ ਨੇ। ਇਹ ਜਗ੍ਹਾ ਦੇ ਉੱਪਰ ਜਦੋਂ ਸਿਮਰਨ ਕਰਦੇ ਆਪਾਂ ਵਾਹਿਗੁਰੂ ਜਾਪਦਾ ਨਾ, ਇਹ ਹੈਗਾ ਈਲਾ ਖੱਬਾ ਪਾਸਾ, ਨੋਟ ਕਰ ਲਓ ਭਾਵੇਂ, ਖੱਬਾ ਪਾਸਾ ਈਲਾ ਇੱਥੇ। ਈਲਾ ਵਿੱਚੋਂ ਜੇ ਸਿਮਰਨ ਕਰੋਗੇ ਨਾ, ਵਾਹੇ ਖਿੱਚ ਕੇ ਲਿਆਉਣਾ, ਵਾਹੇ ਨਾਭੀ ਆ ਉਹਦੇ ਇੱਥੇ, ਇਹ ਜਿਹੜਾ ਵਾਹਿਗੁਰੂ ਸ਼ਬਦ ਦਾ ਜ਼ਿਆਦਾ ਵਿਸ਼ੂਤੀ ਬਾਹੇ, ਇੱਥੇ ਬਾਬਾ ਆ ਗਿਆ, ਇੱਥੇ ਆ ਗਿਆ, ਬਾਹੇ ਇੱਥੇ, ਬਾਹੇ ਇੱਥੇ ਲੋੜੇ ਨੂੰ ਡਰਾ ਚੜ੍ਹਦੇ ਆ, ਐ ਡਰਾਈਵ ਨੂੰ ਮਾਰਨਾ ਭਗਾ ਕੇ ਬਾਹੇ ਨੂੰ। ਇਸ ਤੋਂ ਫਿਰ ਚੱਕ ਲੈਣਾ ਗੁਰੂ, ਗੁਰੂ ਬਹਿ, ਗੁਰੂ ਬਹਿ, ਗੁਰੂ ਬਾਬਾ, ਹਾਹਾ ਗੱਗਾ ਰਾਧਾ, ਬਾਬਾ ਵਿਸ਼ਨੂੰ ਸਾਜੁਗ, ਹਾਂ ਹਰੀ ਕ੍ਰਿਸ਼ਨ ਦੁਆਪਰ, ਗੱਗਾ ਗੋਬਿੰਦ ਕਲਯੁਗ, ਰਾਰਾ ਰਾਮ ਤ੍ਰੇਤਾ, ਸਤਯੁਗ ਦੁਆਪਰ ਕਲਯੁਗ ਤ੍ਰੇਤਾ, ਸਤਯੁਗ ਦੁਆਪਰ ਕਲਯੁਗ ਤ੍ਰੇਤਾ, ਚਾਰੇ ਯੁੱਗ ਇੱਥੇ ਨੇ ਇਸ ਚੀਜ਼ 'ਚ, ਬਾਹਰ ਕੁਛ ਨਹੀਂ ਹੈ। ਉੱਪਰਲੀ ਖੋਜ ਕਰ ਲਓ, ਕੱਖ ਨਹੀਂ ਮਿਲਣਾ। ਬੜੀ ਕੀਤੀ ਇਹਨਾਂ ਨੇ ਖੋਜ, ਉੱਥੇ ਜ਼ਮੀਨ ਮਿਲਦੀ ਆ, ਉੱਥੇ ਪਾਣੀ ਮਿਲਦਾ, ਉੱਥੇ ਇੱਦਾਂ ਬਸਤੀਆਂ ਨੇ, ਉੱਥੇ ਕੁਛ ਨਹੀਂ ਹੈ ਹੋਰ। ਸਭ ਕੁਝ ਜੇ ਤੁਹਾਡੇ ਭਰ ਲੈਣਾ ਰਾਨੀਅਤ ਨੂੰ, ਤੁਹਾਡੇ ਅੰਦਰੋਂ ਮਿਲੂ। ਇਹ ਅੰਦਰੋਂ ਇਹ ਵਿਧੀ ਆ ਜਿਹੜੀ ਮੈਂ ਤੁਹਾਨੂੰ ਦੱਸੀ ਆ। ਇਹ ਵਾਹਿਗੁਰੂ ਨਾਮ ਜਿਹੜਾ ਜਪਣਾ ਪਹਿਲਾਂ ਇਹ 4 ਬਾਣੀਆਂ ਵਿੱਚ ਭਜਨ ਕਰਨਾ। 4 ਬਾਣੀਆਂ ਵਿੱਚ ਕਿਹੜਾ ਕਰਨਾ? ਵੈਖਰੀ, ਮਧਮਾ, ਬਸੰਤੀ, ਪਰਾ। ਅਤੇ ਉਹ ਸਿਮਰਨ ਕਿਹੜਾ ਕਰਨਾ? ਦੇਖੋ ਮੈਂ ਤਾਂ ਉਹੀ ਦੱਸੂ ਜਿਹੜਾ ਗੁਰੂ ਨਾਨਕ ਨੂੰ ਮਿਲਿਆ ਸਤਿਯੁਗ ਦੇ ਵਿੱਚੋਂ। ਫਿਰ ਇੱਥੇ ਆ ਕੇ ਵੱਡੀਆਂ ਪੈ ਗਈਆਂ, ਉਹ ਲਹਿਦਾ ਨੇ ਸੱਚਖੰਡ ਦੇ ਵਿੱਚੋਂ ਆਹ ਮਿਲਿਆ, ਇਹਦਾ ਬੜੋ ਸਾਰੇ ਮਾਈ ਪਏ। ਜਪੋ ਸਤਿਨਾਮ 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 ਜੀ, ਵਾਹਿਗੁਰੂ 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 ਜੀ। ਸਤਿਨਾਮ ਜੀ, ਵਾਹਿਗੁਰੂ 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 ਜੀ। ਸਤਿਨਾਮ 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 ਜੀ, ਵਾਹਿਗੁਰੂ 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 ਜੀ। ਸਤਿਨਾਮ 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 ਜੀ, ਵਾਹਿਗੁਰੂ ਵਾਹਿਗੁਰੂ ਸਤਿਨਾਮ 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 ਜੀ, ਵਾਹਿਗੁਰੂ
ਸਤਿਨਾਮ ਜੀ ਵਾਹਿਗੁਰੂ 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 ਜੀ। ਸਤਿਨਾਮ 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 ਜੀ ਵਾਹਿਗੁਰੂ 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 ਜੀ। ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਇਹ ਸਿਮਰਨ ਕਲਯੁਗ ਨੂੰ ਸੱਚਖੰਡ ਦੇ ਵਿੱਚੋਂ ਮਿਲਿਆ ਸੀ। ਇਹ ਸਿਮਰਨ ਕਰਨ ਲੱਗੇ ਲੋੜ ਆ ਮਨ ਨੂੰ ਇਕਾਗਰ ਕਰਨ ਦੀ। ਜੇ ਤਾਂ ਹੁੰਦਾ ਇਕਾਗਰ ਫਿਰ ਤਾਂ ਫਲ ਮਿਲਦਾ, ਜੇ ਇਕਾਗਰ ਨਹੀਂ ਹੁੰਦਾ ਫਿਰ ਫਲ ਨਹੀਂ ਮਿਲਣਾ ਉਹਦਾ ਸਭ ਦਾ। ਇਹ ਜਿਹੜੀਆਂ ਜੁਗਤੀਆਂ ਨੇ ਚਾਰ ਬਾਣੀਆਂ, ਬੈਕਰੀ ਬਾਣੀ, ਮਾਧਵਾ ਬਾਣੀ, ਬਸੰਤੀ ਬਾਣੀ ਤੇ ਪਰਾ ਬਾਣੀ ਇਹਦੇ ਵਿੱਚ ਨੇ। ਪਹਿਲਾਂ ਕੋਈ ਵੀ ਤੁਹਾਨੂੰ ਸ਼ਬਦ ਮਿਲਿਆ ਨਾ ਪ੍ਰਗਟ ਕਰੋ, ਉਹਨੂੰ ਗੁਪਤ ਰੱਖ ਲਓ। ਉਸ ਨੂੰ ਪਹਿਲਾਂ ਬੈਕਰੀ ਬਾਣੀ ਵਿੱਚ ਕਰਨਾ, ਜਾਣੀ ਕਿ ਥੋੜ੍ਹਾ ਜਿਹਾ ਬੋਲ ਕੇ, ਜਿਹੜੀ ਆਪਣੀ ਆਵਾਜ਼ ਆਪਣੇ ਕੰਨਾਂ ਨਾਲ ਸੁਣਨੀ ਆ। ਬੋਲੋ ਥੋੜ੍ਹਾ ਥੋੜ੍ਹਾ ਬੋਲ ਕੇ ਉਹ ਸ਼ਬਦ ਆਪਣੇ ਕੰਨਾਂ ਦੇ ਨਾਲ ਆਵਾਜ਼ ਸੁਣਨੀ ਆ। ਬੋਲਣਾ ਸ਼ਬਦ ਕੰਨਾਂ ਨਾਲ ਆਵਾਜ਼ ਤੋਂ ਨਹੀਂ। ਜਿਹੜੇ ਨੇਤਰ ਨੇ, ਨੇਤਰਾਂ ਦਾ ਧਿਆਨ ਕਿੱਥੇ ਲਾ ਕੇ ਰੱਖਣਾ? ਅਸੀਂ ਕਹਿੰਦੇ ਹਾਂ ਆਹ ਗੁਰੂ ਨੇ ਇਹਦੇ ਵਿੱਚ ਲਾ ਕੇ ਰੱਖਣਾ, ਕੋਈ ਕਹਿੰਦੇ ਕਿੱਥੇ ਲਾ ਕੇ ਰੱਖਣਾ। ਹੁਣ ਆਪਾਂ ਇਹਦੇ ਵਿੱਚ ਫੈਸਲਾ ਕਰ ਦਿੰਦੇ ਹਾਂ ਬਾਣੀ ਵਿੱਚੋਂ। ਜਿਸ ਵੀ ਮਹਾਂਪੁਰਸ਼ ਨੂੰ ਤੁਸੀਂ ਮੰਨਦੇ ਹੋ, ਜਿਸ ਮਹਾਂਪੁਰਸ਼ ਦੇ ਉੱਪਰ ਤੁਹਾਡੀ ਸ਼ਰਧਾ ਬਣ ਗਈ, ਉਹਦੇ ਬਾਰੇ ਗੁਰੂ ਮਹਾਰਾਜ ਨੇ ਕਿਹਾ, ਮਨ ਮੇਂ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ। ਕਹਿੰਦੇ ਜਿਸ ਨੂੰ ਵੀ ਗੁਰੂ ਮੰਨ ਲਿਆ ਉਹਦਾ ਧਿਆਨ ਇੱਥੇ ਲਿਆਓ ਅਤੇ ਉਹਦੇ ਵਿੱਚ ਤੁਹਾਨੂੰ ਗੁਰੂ ਨਾਨਕ ਪ੍ਰਗਟ ਹੋਊਗਾ, ਉਹਦੇ ਵਿੱਚ ਰਾਮਚੰਦਰ ਜੀ ਪ੍ਰਗਟ ਹੋਣਗੇ, ਉਹਦੇ ਵਿੱਚ ਦਸ਼ਮੇਸ਼ ਪਿਤਾ ਪ੍ਰਗਟ ਹੋਊਗਾ, ਉੱਥੇ ਕ੍ਰਿਸ਼ਨ ਪ੍ਰਗਟ ਹੋਊਗਾ। ਅਤੇ ਸਾਰੇ ਭਾਈ ਆਪਾਂ ਦਾ ਜਿਹੜਾ ਧਿਆਨ ਲਾਉਣਾ, ਉਹ ਤੁਹਾਨੇ ਬੋਲ ਕੇ ਕਰਨਾ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਦੇ ਵਿੱਚ ਸੁਰਤ ਨੂੰ ਲਾਉਣਾ, ਧਿਆਨ ਜੁੜ ਗਿਆ। ਉਧਰ ਗੁਰੂ ਦਾ ਧਿਆਨ ਤੁਹਾਡੇ ਨੇਤਰਾਂ 'ਚ, ਜਿਹੜਾ ਸਤਿਗੁਰੂ ਨੇ ਦਿੱਤਾ ਤੁਹਾਡੇ ਰਸਨਾ 'ਚ, ਜਿਹੜਾ ਸ਼ਬਦ ਸੁਣਨਾ ਕੰਨਾਂ ਨਾਲ। ਜਦੋਂ ਇਹ 1 2 ਤੇ 3 ਚੀਜ਼ਾਂ ਇਕੱਠੀਆਂ ਹੋ ਗਈਆਂ, ਤੁਹਾਡਾ ਜਿਹੜਾ ਫੁਰਨਾ, ਇਹ ਫੁਰਨਾ ਕਿਤੇ ਨਹੀਂ ਜਾਊਗਾ। ਪਹਿਲਾਂ ਜੁੜੂਗਾ ਗੁਰੂ 'ਚ, ਫਿਰ ਸੂਖਸ਼ਮ ਬਣਾਉਣਾ। ਜਿਉਂ ਤੇ ਸੂਖਸ਼ਮ ਬਣੂਗਾ ਸ਼ਬਦ ਸੂਖਸ਼ਮ, ਫਿਰ ਉੱਥੇ ਆਊਗਾ ਇਹ। ਉਹ ਫਿਰ ਜਿਹੜਾ ਸ਼ਬਦ ਦਾ ਗੁਰੂ ਦਾ, ਜੋ ਕਮਾਈ ਕਰਨੀ ਪੈਂਦੀ, ਗੱਲਾਂ ਨਾਲ ਨਹੀਂ ਬਣਨੀ ਗੱਲੇ ਨਾਲ। ਤਾਂ ਹੀ ਤਾਂ ਕਹਿੰਦੇ ਨੇ ਬਈ ਬੱਲੇ 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 ਫਲਾਣੇ ਮਹਾਂਪੁਰਸ਼ ਦੀ ਬੜੀ ਕਮਾਈ ਕਰੀ ਹੋਈ ਆ। ਕਿਤੇ ਹਲ ਨਹੀਂ ਪਾਇਆ ਉਹਨੇ, ਖੂਹ ਨਹੀਂ ਕਿਤੇ ਉਹਨੇ ਪਾਇਆ ਹੁੰਦਾ। ਉਹਨੇ ਕਮਾਈ ਸ਼ਬਦ ਸੁਣ ਦੀ ਚੌਕੜਾ ਪਾ ਕੇ ਕਰੀ ਹੁੰਦੀ ਆ। ਕਈ ਵਾਰੀ ਆਪਾਂ ਕਹਿੰਦੇ ਹਾਂ ਬੀਬੀਆਂ ਸ਼ਬਦ ਦੀ ਕਮਾਈ ਕਰਦੇ ਨੇ, ਗੁਰੂ ਤੋਂ ਲਿਆਂਦਾ ਕਿਸੇ ਤੋਂ। ਫਲਾਣੀ ਬੀਬੀ ਬੜਾ ਭਜਨ ਕਰਦੀ ਹੈ, ਫਲਾਣੀ ਬੀਬੀ ਦਾ ਬੜਾ ਮਨ ਜੁੜਦਾ। ਉਹ ਆਹੀ ਚੀਜ਼ਾਂ ਨੇ। ਕਮਾਈ ਹੈ ਸ਼ਬਦ ਸੁਰਤ ਨੂੰ ਜੋੜਨਾ, ਮਨ ਨੂੰ ਟਿਕਾਉਣਾ। ਜਦੋਂ ਇਹ ਤੁਹਾਡੀ ਇਹ ਅਵਸਥਾ ਬਣ ਗਈ ਨਾ, ਫਿਰ ਤੁਹਾਨੂੰ ਕੀ ਮਿਲ ਜੂਗੀ? ਗੁਰੂ ਤੁਹਾਨੂੰ ਇੱਕ ਚਾਬੀ ਦੇ ਦੂਗਾ, ਜਿਵੇਂ ਤਾਲੇ ਲੱਗੇ ਨੇ ਆਪਣੇ। ਉਹ ਗੁਰੂ ਨੇ ਫਿਰ ਚਾਬੀ ਦੇ ਦੇਣੀ ਆ। ਉਹ ਫਿਰ ਜਿਹੜਾ ਚਾਬੀ ਕਿਹੜੀ ਆ, ਜਦੋਂ ਵਾਹਿਗੁਰੂ ਸਿਮਰਨ ਕਰਦੇ ਕਰਦੇ ਕਿਸੇ ਵੀ ਮਹਾਂਪੁਰਸ਼ ਦਾ ਧਿਆਨ ਲਾ ਕੇ ਆਪਾਂ ਕਰਦੇ ਹਾਂ, ਕੋਈ ਵੀ ਸ਼ਬਦ ਹੈ
ਜਦੋਂ ਸ਼ਬਦ ਪ੍ਰਗਟ ਹੋ ਗਿਆ ਤਾਂ ਫਿਰ ਉਹ ਸ਼ਬਦ ਇੱਥੇ ਵਗ ਗਿਆ 10ਵੇਂ ਦਰਬਾਰ 'ਚ। ਇੱਥੇ ਇੱਕ ਦਰਵਾਜ਼ਾ ਪਰ ਉਰੇ ਦਰਵਾਜ਼ੇ ਲੱਗਾ ਜਿੰਦਾ, ਉਹਦੀ ਕੁੰਜੀ ਅਨਹਦ ਬਾਣੀ ਕੁੰਜੀ ਸੰਤ ਰਸ ਕੁੰਜੀ। ਅਨਹਦ ਬਾਣੀ ਪੂੰਜੀ ਸੰਤ ਰਸ ਕੁੰਜੀ। ਅਨਹਦ ਜਿਹੜਾ ਸ਼ਬਦ ਬਣ ਗਿਆ ਉਹਦੀ ਕੁੰਜੀ ਫਿਰ ਸੰਤਾਂ ਨੂੰ ਬਣਾਤੀ। ਹੁਣ ਇਹ ਸੰਤ ਕੁੰਜੀ ਕਿਵੇਂ ਲੈਣੀ ਸੰਤਾਂ ਕੋਲੋਂ? ਕਿਵੇਂ ਲੈਣੀ ਆਪਾਂ ਨੇ? ਪੈਸੇ ਨਾਲ ਤਾਂ ਉੱਥੇ ਨਹੀਂ ਮਿਲਦੀ। ਜੇ ਪੈਸੇ ਨਾਲ ਮਿਲਦੀ ਹੁੰਦੀ ਫਿਰ ਤਾਂ ਬੜੇ ਬੜੇ ਟਾਟਾ ਬਿਰਲੇ ਡਾਲਮੀਆਂ ਬੜੇ ਬੜੇ ਫਿਰਦੇ, ਮੈਂ ਤਾਂ ਕੁੰਜੀ ਉਹੀ ਲੈਦੇ ਪੈਸੇ ਨਾਲ। ਤਾਂ ਪੈਸੇ ਨਾਲ ਨਹੀਂ ਮਿਲਣੀ ਇਹ। ਜੇ ਜ਼ੋਰ ਨਾਲ ਨਹੀਂ ਹੁੰਦੀ ਤਾਂ ਜ਼ੋਰ ਦੇ ਨਾਲ ਭੀਮ ਸੈਨ ਵਰਗੇ ਬੜੇ ਬਣ ਗਏ, ਰੌਣ ਵਾਲੇ ਬੜੇ ਬਣ ਗਏ, ਜਿਹਦਾ ਕਾਲ ਪਾਵਰ ਬੰਨਿਆ ਹੋਇਆ ਸੀ। ਸਭਾ ਲੱਖ ਪੂਤੇ ਕਰਨ ਰਾਤੀ ਰੱਬ ਦੇ ਘਰ ਦੀਵਾਨਾ ਬਾਤੀ, ਫਿਰ ਰੋਜ਼ ਵੀ ਰਹਿ ਜਾਂਦੇ। ਇਹ ਕੁੰਜੀ ਨੂੰ ਨਹੀਂ ਮਿਲਣੀ। ਇਹ ਕੁੰਜੀ ਮਿਲੂਗੀ ਮਹਾਂਪੁਰਸ਼ਾਂ ਦੀ ਸੇਵਾ ਕਰਕੇ, ਮਹਾਂਪੁਰਸ਼ਾਂ ਨੂੰ ਪ੍ਰਸੰਨ ਕਰਕੇ, ਖੁਸ਼ੀ ਲੈ ਕੇ। ਉਹ ਫਿਰ ਸ਼ਬਦ ਦਿੰਦੇ ਨੇ, ਸ਼ਬਦ ਦੀ ਕਮਾਈ ਕਰਵਾਉਂਦੇ ਨੇ, ਕੁੰਜੀ ਦੇ ਦਿੰਦੇ ਨੇ। ਉਹ ਫਿਰ ਜਿਹੜਾ ਇੱਥੇ ਜਿਹੜਾ ਦਰਵਾਜ਼ਾ ਨਾ ਉਰੇ, ਉਹਨੂੰ ਬਾਹਰ ਆਪ ਦੇ ਲੱਕੜ ਦੇ ਲਾਏ ਹੋਏ ਨੇ ਉਰੇ। ਕੋਈ ਲੋਹੇ ਦਾ ਲਾਉਂਦਾ, ਕੋਈ ਸਟੀਲ ਦਾ ਲਾਉਂਦਾ। ਇੱਥੇ ਬਾਹਰ ਕਿਹੜੇ ਨੇ ਪਹਿਲਾਂ ਕੋਈ ਬਾਣੀ ਨੇ ਦੱਸਿਆ ਹੋਊਗਾ ਤੁਹਾਨੂੰ, ਕਿਸੇ ਮਹਾਂਪੁਰਸ਼ਾਂ ਨੇ ਦੱਸਿਆ ਭਾਈ ਕਿੱਥੇ ਕਿਹੜੇ ਦਰਵਾਜ਼ੇ ਨੇ? ਦਾ ਅਸੀਂ ਲਾ ਦਿੰਦੇ ਹਾਂ। ਦਰਵਾਜ਼ੇ ਪੱਥਰਾਂ ਦੇ ਪਿਆਰਿਓ ਸ਼ਬਦ ਗੁਰਾਂ ਦਾ ਖੋਲੇ। ਦਰਵਾਜ਼ੇ ਪੱਥਰਾਂ ਦੇ ਕੋਈ ਸ਼ਬਦ ਗੁਰਾਂ ਦਾ ਖੋਲੇ। ਦਰਵਾਜ਼ੇ ਪੱਥਰਾਂ ਦੇ ਪਿਆਰੋ ਸ਼ਬਦ ਗੁਰਾਂ ਦਾ ਖੋਲੇ। ਦਰਵਾਜ਼ੇ ਪੱਥਰਾਂ ਦੇ ਸ਼ਬਦ ਗੁਰਾਂ ਦਾ ਖੋਲੇ। ਸ਼ਬਦ ਗੁਰਾਂ ਦਾ ਖੋਲੇ, ਸ਼ਬਦ ਗੁਰਾਂ ਦਾ ਖੋਲੇ। ਉਹ ਸ਼ਬਦ ਗੁਰਾਂ ਦਾ ਖੋਲੇ, ਸ਼ਬਦ ਗੁਰਾਂ ਦਾ ਖੋਲੇ। ਸ਼ਬਦ ਗੁਰਾਂ ਦਾ ਖੋਲੇ, ਸ਼ਬਦ ਗੁਰਾਂ ਦਾ ਖੋਲੇ। ਸ਼ਬਦ ਗੁਰਾਂ ਦਾ ਖੋਲੇ, ਸ਼ਬਦ ਗੁਰਾਂ ਦਾ ਖੋਲੇ। ਦਰਵਾਜ਼ੇ ਪੱਥਰਾਂ ਦੇ ਸ਼ਬਦ ਗੁਰਾਂ ਦਾ ਖੋਲੇ। ਦਰਵਾਜ਼ੇ ਪੱਥਰਾਂ ਦੇ ਪਿਆਰਿਓ ਸ਼ਬਦ ਗੁਰਾਂ ਦਾ ਖੋਲੇ।
ਬਾਜੇ ਪਤਰਾ ਦੇ। ਗੁਰੂ ਮਹਾਂਪੁਰਸ਼ਾਂ ਦਾ ਜਿਹੜਾ ਸ਼ਬਦ ਆ ਨਾ, ਸ਼ਬਦ ਰੂਪੀ ਜਿਹੜੀ ਕੁੰਜੀ ਆ, ਕੁੰਜੀ ਉਹ ਜਿੱਦਿਆਂ ਨੂੰ ਲੱਗਦੀ ਆ ਗੁਰਮੁਖੋ। ਜਦੋਂ ਸੰਤਰ ਹੱਥ ਕੁੰਜੀ ਅਨੰਦ ਬਾਣੀ ਪੂੰਜੀ, ਉਹ ਖੁੱਲ੍ਹ ਗਿਆ ਜਿੰਦਾ, ਉੱਤੇ ਬੈਠਾ ਵਾਹਿਗੁਰੂ। ਹੈ ਸਾਰੀ ਜਗ੍ਹਾ ਹੀ ਇਹ, ਮੈਂ ਅੱਗੇ ਵੀ ਤੁਹਾਨੂੰ ਦੱਸਿਆ, ਜਿੱਥੇ ਤੁਸੀਂ ਬੈਠੇ ਹੋਣਾ ਇੱਕ ਸੂਈ ਜਿਹੀ ਜਗ੍ਹਾ 'ਤੇ ਖਾਲੀ ਨਹੀਂ ਹੈਗੀ। ਉਰੇ ਵੀ ਇੱਥੇ ਨਿਰੰਕਾਰ ਹੈ, ਵਾਹਿਗੁਰੂ ਹੈ, ਪਰਮੇਸ਼ਰ ਹੈ, ਪਰ ਗੱਲ ਕੀ ਉਹ ਦਿਖਦੀ ਕਿਉਂ ਨਹੀਂ? ਦੇਖਣ ਵਾਲੀ ਅੱਖ ਨਹੀਂ ਹੈ। ਦੇਖਣ ਵਾਲੀ ਅੱਖ ਨਹੀਂ ਬੋਲਿਆ ਰੱਬ ਤੇਰੇ ਨਾਲੋਂ ਵੱਖ ਨਹੀਂ। ਅੱਖ ਨਹੀਂ, ਨੇਤਰ ਨਹੀਂ ਹੈ। ਉਹ ਨੇਤਰ ਕੌਣ ਦਊਗਾ? ਉਹ ਦੇਣਗੇ ਮਹਾਂਪੁਰਸ਼ ਰੱਬ ਦੇ ਪਿਆਰੇ ਗੁਰੂ ਦੇ ਸ਼ਬਦ ਸੁਰ ਦਾ ਅਭਿਆਸ ਕਰਾਉਂਦੇ ਨੇ, ਉਹ ਦੇਣਗੇ। ਉਹਨੂੰ ਦਿਵ ਦ੍ਰਿਸ਼ਟੀ ਨੇਤਰ ਵੀ ਕਹਿੰਦੇ ਨੇ, ਉਹਨੂੰ ਸ਼ਿਵ ਨੇਤਰ ਵੀ ਕਹਿੰਦੇ ਨੇ, ਉਹਨੂੰ ਤੀਜਾ ਨੇਤਰ ਵੀ ਕਹਿੰਦੇ ਨੇ। ਉਸ ਨੂੰ ਅੰਤਰਮੁਖ ਜਿਹੜਾ ਸਰੀਰ ਆ ਉਹ ਰੂਪੀ ਵੀ ਕਹਿੰਦੇ ਨੇ ਨੇਤਰ। ਆਹ ਸਰੀਰ ਆ, ਮਿੱਟੀ, ਅੱਗ, ਪਾਣੀ, ਕਾਲ, ਸੇਵਾ, ਪੰਜ ਤੱਤ। ਜਿਹੜੇ ਸਹੀ ਉਹ ਨੇਤਰ ਦਿਖੂਗਾ, ਉਹ ਨੇਤਰ ਕਿਹੜਾ ਕਿੱਥੋਂ ਮਿਲੂਗਾ, ਕਿਹੜਾ ਦੇਸ਼ ਆ, ਉਹ 19 ਤੱਤ ਨੇ। ਪੰਜ ਗਿਆਨ ਅੰਦਰੇ, ਪੰਜ ਧਿਆਨ ਅੰਦਰੇ, ਮਤ, ਬੁੱਧ, ਚਿੱਤ, ਅਹੰਕਾਰ, ਉਧਰ ਚਾਰੋਂ ਨਹੀਂ, 19 ਤੱਤ। ਉਹਦੇ 19 ਤੱਤ ਦੇ ਉਹਨਾਂ ਬਾਰੇ ਕੀ ਲਿਖਿਆ? ਪਾਣੀ ਡੋਬੇ ਨਾ ਅਗਨੀ ਸਾੜੇ, ਜਿਨ੍ਹਾਂ ਨੇ ਤੇਰਾ ਨਾਮ ਜਪਿਆ। ਉਹ ਇਹ ਤਾਂ ਮੈਂ ਤੁਹਾਨੂੰ ਦਾਤੇ ਕੋਲ ਨਹੀਂ ਆਉਂਦੀ। ਸਭ ਜਣੇ ਨੂੰ ਇਸ਼ਾਰਾ ਬਹੁਤ ਹੁੰਦਾ, ਜਿਹੜੇ ਭਜਨ ਕਰਦੇ ਨੇ, ਭਜਨ ਕਰਦੇ ਨੇ, ਉਹ ਸਾਰੇ ਨਾਲੇ ਰੱਬ ਨਾਲ ਲੈ ਜਾਂਦੇ ਨੇ, ਸਭ ਕੁਛ ਹੈ। ਹੁਣ ਆ ਗਈ ਕੌਰੂ ਪਾਤਸ਼ਾਹ ਦੀ। ਕੌਰੂ ਪਾਤਸ਼ਾਹ ਤੁਰਿਆ ਆਉਂਦਾ, ਉੱਧਰੋਂ ਆ ਗਏ ਗੁਰੂ ਨਾਨਕ ਪਾਤਸ਼ਾਹ ਜੀ। ਨਾਲ ਸਿੰਘ ਨੇ, ਜਿਵੇਂ ਸਿੰਘ ਸਾਡੇ ਨਾਲ ਨੇ, ਮਰਦਾਨਾ, ਬਾਲਾ, ਹੋਰ ਬਾਬਾ ਬੁੱਢਾ ਜੀ ਵਰਗੇ ਨਾਲ ਮੁਖੀ ਸਿੰਘ ਤੁਰੇ ਆਉਂਦੇ ਨੇ। ਕਹਿੰਦੇ ਕੌਰੂ ਪਾਤਸ਼ਾਹ ਨੂੰ ਬੁਲਾਓ ਰੇ। ਸਿੰਘ ਗਿਆ, ਜਾ ਕੇ ਕਿਹਾ ਕੌਰੂ ਪਾਤਸ਼ਾਹ ਤੁਸੀਂ ਹੋ? ਕਹਿੰਦਾ ਹਾਂ ਮੈਂ ਹਾਂ। ਤੁਹਾਨੂੰ ਕਹਿੰਦਾ ਉਹ ਮਹਾਂਪੁਰਸ਼ ਖੜੇ ਨੇ, ਕਹਿੰਦਾ ਉਹਨਾਂ ਨੇ ਬੁਲਾਇਆ। ਚਲੋ ਚੱਲਦੇ ਹਾਂ। ਚਿੱਟੇ ਵਸਤਰ ਪਾਏ ਸਾਰਿਆਂ ਦੇ, ਗੁਰੂ ਨਾਨਕ ਪਾਤਸ਼ਾਹ ਦੇ ਕੋਲੇ ਬਾਗੇ ਨਿਰਸਕਾਰੀ ਬਾਗੀ। ਕਹਿੰਦੇ ਭਾਈ ਕੌਰੂ ਪਾਤਸ਼ਾਹ, ਕਹਿੰਦੇ ਆ ਮਹਾਰਾਜ। ਕਹਿੰਦੇ ਆਹ ਲੈ ਕੇ ਸੂਈ 'ਚ ਕੱਪੜੇ ਸਿਉਣ ਵਾਲੀ ਥੋੜ੍ਹੀ ਜਿਹੀ ਉਹਨਾਂ ਕੋਲ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਹ ਲੈ ਸੂਈ। ਜਦੋਂ ਤੂੰ ਸਰੀਰ ਛੱਡ ਕੇ ਜਾਏਗਾ, ਇਹ ਸਾਡੀ ਸੂਈ ਮਾਨ ਦਾ ਕਰ, ਅਸੀਂ ਤੇਰੇ ਕੋਲ ਆ ਕੇ ਲਵਾਂਗੇ। ਸਾਡੀ ਸੂਈ ਤੋਂ ਵਾਪਸ ਕਰਦੀ ਮਾਨ ਤੇਰੇ ਲੱਭਣੀ। ਸੱਤ ਵਜੇ ਜੀ ਵਾਕਿਆ। ਦੇਖੋ ਅੱਗੇ ਜਿਹੜੇ ਵਜ਼ੀਰ ਸੀ ਨਾ, ਬੜੇ ਸਿਆਣੇ ਹੁੰਦੇ, ਜਿਹੜੇ ਰਾਜੇ ਰਾਮ ਹੁੰਦੇ ਸੀ, ਬਹੁਤ ਸਿਆਣੇ ਹੁੰਦੇ ਤੇ। ਇੱਕ ਕਿਸੇ ਵੀ ਧਰਮ ਦੇ ਵਿੱਚ, ਕਿਸੇ ਮਜ਼ਹਬ ਦੇ ਵਿੱਚ, ਕਿਸੇ ਪਰਿਵਾਰ ਦੇ ਵਿੱਚ ਜਦੋਂ ਵੀ ਉਸ ਬਾਤਾਂ ਨੇ ਉੱਚਾ ਜਾਣਾ, ਉਹ ਇੱਕ ਔਰਤ ਦਾ ਹੱਥ ਹੁੰਦਾ, ਇੱਕ ਬੀਬੀ ਦਾ ਸ਼ਕਤੀ ਹੈ ਇਹ ਔਰਤ। ਇਹ ਮੇਰੇ ਬਾਅਦ 'ਚ ਦੋ ਤਿੰਨ ਨੂੰ ਯਾਦ ਕਰ ਲਿਓ, ਤੁਸੀਂ ਪ੍ਰਤਿਆ ਵੀ ਦਿਓ ਇਹਨਾਂ ਨੂੰ। ਜਿਹੜੇ ਘਰ ਦੇ ਵਿੱਚ ਆਪਣੇ ਕੁੜੀਆਂ ਨੇ, ਬੱਚੀਆਂ ਨੇ, ਉਹ ਕੋਈ ਚੀਜ਼ ਮੰਗਦੀਆਂ ਨੇ, ਆਪਾਂ ਨੂੰ ਨਹੀਂ ਦਿੰਦੇ, ਕੁਛ ਨਹੀਂ ਕਰਦੇ। ਉਸ ਘਰ ਦੇ ਵਿੱਚੋਂ ਕਦੇ ਵੀ ਬਿਮਾਰੀ ਨਹੀਂ ਨਿਕਲੂਗੀ।
ਵਾਰੀ ਰਹੂਗੀ। ਕੋਈ ਡਿੱਗ ਗਿਆ, ਕੋਈ ਡਿੱਗ ਗਿਆ, ਕੋਈ ਡਿੱਗ ਗਿਆ। ਜਿਸ ਪਰਿਵਾਰ ਦੇ ਵਿੱਚ ਮਾਤਾ ਨੂੰ ਖੁਸ਼ ਨਹੀਂ ਰੱਖਿਆ ਜਾ ਸਕਦਾ, ਉਹਦੀ ਸੇਵਾ ਨਹੀਂ ਹੁੰਦੀ, ਉਹਨੂੰ ਆਪਾਂ ਚੰਗੇ ਵਸਤਰ ਨਹੀਂ ਦਿੰਦੇ, ਖਾਣ ਨੂੰ ਵਧੀਆ ਨਹੀਂ ਦਿੰਦੇ ਹਾਂ, ਉਸ ਘਰ ਦੇ ਵਿੱਚ ਕੀ ਹੋਊਗਾ? ਲੜਾਈ ਝਗੜਾ ਹਰ ਵਕਤ ਪਿਆ ਰਹੂਗਾ। ਪਰ ਤਿਆਰ ਹੋ ਭਾਵੇਂ ਮੇਰੇ ਬੱਚੇ ਨੇ ਤੁਸੀਂ। ਜਿਸ ਘਰ ਦੇ ਵਿੱਚ ਔਰਤ ਦੇ ਬੱਚੇ ਨਹੀਂ ਮੰਨੇ ਜਾਣਗੇ, ਔਰ ਜੋ ਕੁਛ ਮੰਗਦੀ ਹੈ ਉਹਨੂੰ ਆਪਾਂ ਨਹੀਂ ਦਿੰਦੇ, ਨਾਰਾਜ਼ ਹੈ, ਦੁਖੀ ਹੈ, ਮੈਂ ਲਿਖ ਕੇ ਦਿੰਦਾ, ਉਸ ਘਰ ਦੇ ਵਿੱਚ ਕਦੇ ਵੀ ਮਾਇਆ ਨਹੀਂ ਡਿੱਗੀ। ਮਾਇਆ ਡਿੱਗੂ ਨਹੀਂ। ਕਿਸੇ ਸਾਡੀ ਮਾਇਆ ਨਾ ਸਮਝ ਲਵੇ ਵਿਚਾਰੀ, ਇੱਕ ਮਾਇਆ ਹੋਰ ਬੈਠੀ ਹੈ ਉਰੇ। ਮਾਇਆ ਨਹੀਂ ਡਿੱਗੂਗੀ। ਆ ਗਈ ਬਾਗੀ, ਆ ਗਈ ਬਾਗੀ, ਆ ਗਈ ਬਾਗੀ। ਜਿਸ ਘਰ ਦੇ ਵਿੱਚ ਔਰਤ ਦਾ ਸਨਮਾਨ ਹੁੰਦਾ, ਉੱਤੇ ਮਾਇਆ ਦੇ ਖਿਆਲੇ ਤੜਾ ਤੜਾਈ ਜਾਣਗੇ। ਦੇਖ ਲਓ ਕਿੱਧਰੋਂ ਆ ਗਈ, ਕਿੱਧਰੋਂ ਆ ਗਈ। ਇਹ ਸ਼ਕਤੀ ਆ, ਇਹ ਮਾਇਆ ਖੁਦ ਮਾਇਆ ਬਣ ਕੇ ਆਈ ਹੈ। ਜਿਸ ਘਰ ਦੇ ਵਿੱਚ ਲੜਕੀ ਖੁਸ਼ੀ ਹੈ, ਕਦੇ ਕੋਈ ਮਾਰ ਨਹੀਂ ਹੋਊਗਾ। ਡਾਕਟਰ ਜੰਗ ਦੀ ਮੈਂ ਲਿਖ ਕੇ ਦਿੰਦਾ ਗੱਲ। ਜਿਸ ਘਰ ਦੇ ਵਿੱਚ ਮਾਂ ਖੁਸ਼ੀ ਹੈ, ਉਸ ਘਰ ਦੇ ਵਿੱਚ ਕਦੇ ਵੀ ਕੋਈ ਬਿਮਾਰੀ ਨਹੀਂ ਹੋਊਗੀ, ਲੜਾਈ ਨਹੀਂ ਹੋਊਗਾ, ਝਗੜਾ ਨਹੀਂ ਹੋਊਗਾ, ਮਾਈ ਤੋੜ ਨਹੀਂ ਹੋਊਗੀ। ਮੈਂ 80-85 ਸਾਲ ਦੀ ਉਮਰ ਤੱਕ ਵੀ, ਹੁਣ ਤਾਂ 90 ਨੂੰ ਪਹੁੰਚ ਰਹੀ ਹੈ ਮੇਰਾ ਖਿਆਲ। 80-85 ਸਾਲ ਦੀ ਉਮਰ ਤੱਕ ਮੇਰੀ ਮਾਂ ਰਹੀ। ਮੈਂ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਵਿੱਚ ਚਾਲੀਆਂ ਸੁਣਾਉਂਦਾ ਸੀ। ਮੈਂ ਕਿਤੇ ਜ਼ੁਬਾਨ 'ਤੇ ਜਾਣਾ, ਰਾਤ ਹੋ ਜਾਣੀ ਮੈਨੂੰ, ਮੈਂ ਜ਼ੁਬਾਨਾਂ ਤੋਂ ਬਾਅਦ ਆਉਣਾ, ਚਾਹੇ ਮਾਤਾ ਸੁੱਤੀ ਪਈ ਹੈ, ਮੈਨੂੰ ਜਗਾਉਣਾ ਨਹੀਂ ਹੈ। ਮੈਂ ਉਹਦੀ ਚਾਦਰਾਂ ਕੋਲ ਖੜ੍ਹ ਕੇ ਨਿਰਸਕਾਰੀ ਕਰਦਾ ਸੀ, ਅਰਦਾਸ ਕਰਦਾ ਸੀ। ਜਿਸ ਮਾਂ ਨੇ ਜਨਮ ਦਿੱਤਾ ਉਹਦਾ ਸ਼ਾਂਤ ਆਪਾਂ ਕਈ ਜਨਮ ਨਹੀਂ ਭੁੱਲ ਸਕਦੇ, ਕਈ ਜਨਮ ਨਹੀਂ ਭੁੱਲ ਸਕਦੇ। ਜਿਹੜੀ ਮਾਂ ਨੇ ਜਨਮ ਦੇ ਕੇ ਜਿਹੜੇ ਫਕੀਰ ਬਣਾਏ, ਸੰਤ ਬਣਾਏ, ਯੋਧੇ ਬਣਾਏ, ਸੂਰਮੇ ਬਣਾਏ, ਫਿਰ ਆਪਾਂ ਉਹਨਾਂ ਦਾ ਸਤਿਕਾਰ ਨਹੀਂ ਕਰਦੇ। ਅੱਜ ਸਾਡੇ ਸਾਰੇ ਸੰਸਾਰ ਦੇ ਵਿੱਚ ਹਾਲ ਹੋਇਆ ਹੈ ਨਾ, ਅੱਜ ਜਿਹੜੇ ਲੜਾਈਆਂ, ਜਿਹੜੇ ਝਗੜੇ, ਗੋਲੀਆਂ ਚੱਲਦੀਆਂ ਨੇ, ਕੁੱਟਮਾਰਾਂ ਹੁੰਦੀਆਂ ਨੇ, ਲੁੱਟ ਖੋਹਾਂ ਹੁੰਦੀਆਂ ਨੇ, ਅੱਜ ਇਹ ਜਿਹੜਾ ਇਸੇ ਕਰਕੇ ਹੈ। ਅੱਜ ਸਾਡੇ ਹਿੰਦੁਸਤਾਨ ਦੇ ਵਿੱਚ ਔਰਤ ਦਾ ਸਨਮਾਨ ਘਟ ਗਿਆ। ਬੀਬੀਆਂ ਭੈਣਾਂ ਸਾਡੀਆਂ ਪਾਸ ਨਹੀਂ ਹਨ। ਉਹ ਸਮਾਂ ਸੀ, ਕੋਈ ਵਕਤ ਸੀ, ਮਹਾਰਾਜਾ ਰਣਜੀਤ ਸਿੰਘ ਦੇ ਮੌਕੇ ਕਿਸੇ ਬੀਬੀ ਨੇ ਕਦੇ ਜਾਂਦੇ ਹੋਣਾ, ਉਹਨੇ ਪੁੱਛਿਆ ਬੀਬੀ ਕਿੱਥੇ ਜਾਣਾ? ਅਸੀਂ ਭਾਈ ਉੱਥੇ ਜਾਣਾ। ਉਹਨਾਂ ਨੂੰ ਕੋਈ ਚੀਜ਼ ਕਰਕੇ ਨਾਲ ਉਹਦੇ ਘਰ ਪਹੁੰਚਾ ਕੇ ਆਉਣਾ, ਛੱਡ ਕੇ ਆਉਣਾ। ਲਓ ਮਾਤਾ ਜੀ, ਲਓ ਬੀਬੀ ਜੀ, ਲਓ ਭੈਣ ਜੀ, ਆਪਣੇ ਤੁਸੀਂ ਆ ਰਹੋ, ਸਾਡੀ ਜ਼ਿੰਮੇਵਾਰੀ ਖਤਮ ਆ। ਆਵਾਜ਼ ਸੀ। ਅੱਜ ਦੁਨੀਆ ਦਾ ਹਾਰ ਕੀ ਹੈ? ਕਲਯੁਗ ਨੇ ਕਰਿਆ ਹੋਇਆ। ਮੈਂ ਤੁਹਾਨੂੰ ਦੱਸਿਆ ਵੀ 4,32,000 ਉਮਰ ਕਲਯੁਗ ਦੀ, 4,32,000, 5,500 ਵਰਸ ਇਹਨੂੰ ਜਨਮ ਲੈਣ ਨੂੰ ਹੋਇਆ ਨੇ। ਹੁਣ ਤੁਸੀਂ 4,32,000 ਦੇ ਵਿੱਚੋਂ ਰੇਸ਼ੋ ਘਟਾ ਕੇ ਦੇਖੋ ਜੀ ਕਿੰਨੀਆਂ, ਤਾਂ ਕੁਛ ਵੀ ਨਹੀਂ ਆਏ। ਹਾਲ ਤਾਂ ਬੱਚਾ ਖੇਡਦਾ, ਤੁਸੀਂ ਹਾਲ ਦੇਖੋ ਕੀ ਹੋ ਰਿਹਾ ਦੁਨੀਆ ਦਾ। ਤੁਹਾਡੀ ਦਿੱਲੀ 'ਚ ਕੀ ਹਾਲ ਨੇ? ਸਾਰੇ ਕਲਯੁਗ ਦੇ ਕਰੇ ਹੋਏ ਨੇ, ਹੋਰ ਕੋਈ ਬਾਹਰ ਨਹੀਂ, ਕਲਯੁਗ ਦੀ ਬਾਹਰ ਹੈ। ਇਸ ਕਰਕੇ ਸਾਧ ਸੰਗਤ ਜੀ, ਇਹ ਬਚਨ ਮੰਨੋ। ਕੋਈ ਵੀ ਮਾਂ ਪੁੱਤ ਫਰਜ਼ ਕਰਦਾ ਉਹਨੂੰ ਮੰਨਣ ਕਰੋ, ਮੰਨੋ ਜ਼ਰੂਰ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੈ ਵੀ ਆਏ ਕਰੀ ਭਗਤਾ, ਆਹ ਸਾਡੀ ਸੂਈ ਲੈ ਜਾ, ਤੇ ਤੋਂ ਬਾਅਦ ਤਰਪਾਂਗੇ ਜਦੋਂ ਉੱਥੇ ਜਾਵਾਂਗੇ ਅਸੀਂ। 7 ਵਜੇ ਕਹਿ ਕੇ ਸੂਈ ਪੜ ਲਈ, ਘਰੇ ਆ ਗਿਆ। ਘਰੇ ਆਇਆ, ਜਦੋਂ ਘਰ ਵਾਲੀ ਮਿਲੀ, ਜਲ ਪਾਣੀ ਛਕਿਆ, ਬੈਠੇ ਆਰਾਮ ਦੇ ਨਾਲ। ਉਹਨੇ ਘਰ ਵਾਲੀ ਨੂੰ ਕਿਹਾ, ਗੁਰੂ ਪਾਤਸ਼ਾਹ ਨੇ, ਕਹਿੰਦਾ ਵੀ ਮੈਨੂੰ ਇੱਕ ਫਕੀਰ ਮਿਲਿਆ ਸੀ। ਕਹਿੰਦੀ ਅੱਛਾ ਜੀ। ਉਹਨੇ ਮੈਨੂੰ ਸੂਈ ਦਿੱਤੀ ਆ, ਕਹਿੰਦਾ ਇੱਕ ਮੇਰੀ ਸੂਈ ਲੈ ਜੀ, ਅਤੇ ਜਦੋਂ ਮੈਂ ਆਊਗਾ ਤੇਰੇ ਕੋਲ ਉੱਥੇ ਫੇਰ ਲਊਗਾ।
ਬੀਬੀਆਂ ਬਹੁਤ ਸਿਆਣੀਆਂ ਨੇ, ਬੀਬੀਆਂ ਬਹੁਤ ਉੱਚੀ ਪਦਵੀ 'ਤੇ ਅੱਜ ਪਹੁੰਚੀ ਹੋਈਆਂ ਨੇ। ਅੱਜ ਬੀਬੀਆਂ ਦਾ ਸਤਿਕਾਰ ਕਰੋ, ਧੱਕੇ ਨਾ ਕਰਾਉਂਦੀਆਂ ਨੇ, ਹੱਥ ਪੈਰੀ ਉੱਤਰ ਲਵਾਉਣੇ। ਸਾਡੇ ਮੇਰੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ 'ਚ, ਫਤਿਹਗੜ੍ਹ ਸਾਹਿਬ ਦੇ ਵਿੱਚ ਮੇਰੇ ਜ਼ਿਲ੍ਹੇ ਵਿੱਚ ਜਿਹੜੀ SSP ਲੱਗੀ ਆ ਉਹ ਬੀਬੀ ਹਲਕਾ, ਬੀਬੀ ਆ, ਲੜਕੀ ਆ, ਨੌਜਵਾਨ ਲੜਕੀ ਆ। ਜਿਹੜੀ ਬੀਬੀ DC ਲੱਗੀ ਆ ਫਤਿਹਗੜ੍ਹ ਜ਼ਿਲ੍ਹੇ ਵਿੱਚ ਉਹ ਜਸਵੰਤ ਕੌਰ ਬਰਾੜ ਆ, ਉਹ ਲੜਕੀ DC ਲੱਗੀ ਹੋਈ ਆ। ਜੇ ਅੱਜ ਉਹ ਨਹੀਂ ਪੈਰੀ ਉੱਤਰ ਉਹਦੇ ਊਂ ਲਵਾ ਦਿੰਦੇ ਆ ਨਾ, ਫਿਰ ਜਦੋਂ ਪੈਂਦੀ ਆ ਬਾਹਰ ਫਿਰ ਉਹ ਧੱਕੇ ਦੀ ਜਾਣਾ ਤਾਂ DC ਕੋਲ ਪੈਂਦਾ, SSP ਕੋਲ ਜਾਣਾ ਪੈਂਦਾ, ਫਿਰ ਉਹ ਸਿੱਟਦੀਆਂ ਨੇ ਪੈਰੀ, ਫਿਰ ਕਰਾਉਂਦੀਆਂ ਨੇ ਬਸ। ਤਾਂ ਮੇਰਾ ਕਹਿਣ ਦਾ ਭਾਵ ਆ ਵੀ ਬੀਬੀਆਂ ਦਾ ਸੰਸਕਾਰ ਕਰੋ, ਮਾਂ ਦਾ ਸੰਸਕਾਰ ਕਰੋ, ਘਰਵਾਲੀ ਦਾ ਸੰਸਕਾਰ ਕਰੋ, ਭੈਣ ਦਾ ਸੰਸਕਾਰ ਕਰੋ। ਜਿਹਦਾ ਸੰਸਕਾਰ ਕਰਾਂਗੇ ਆਪਾਂ ਉਨਾ ਹੀ ਆਪਾਂ ਨੂੰ ਇਹ ਮਿਲੂਗਾ। ਇੱਕ ਜਿਹੜੇ ਮੈਂ ਬਚ ਗਿਆ, ਇੱਕ ਨੇ ਕਿਹਾ ਦੂਜੇ ਨੇ ਬਾਨੀ ਪਹਿਣਾ ਬੰਨਿਆ ਕਰੋ। ਕਿਸੇ ਨੇ ਕਹਿਤਾ ਆਹ ਚੀਜ਼ ਲਿਆ, 7 ਪਾਤਸ਼ਾਹ ਜੀ ਮੈਂ ਜਾਂਦਾ। ਕਿਸੇ ਨੇ ਕਹਿਤਾ ਤੂੰ ਆਹ ਚੀਜ਼ ਫੜ ਕੇ ਲਿਆ ਬਈ, 7 ਪਾਤਸ਼ਾਹ ਜੀ ਮੈਂ ਜਾਂਦਾ। ਉਸ ਘਰ ਦੇ ਕੀ ਰੰਗ ਬਣਨਾ ਹੁੰਦਾ ਹੈ, ਸਭ ਕੁਝ ਪ੍ਰਾਪਤ ਹੋ ਜਾਊਗਾ। ਚਲੋ 40 ਗੰਜ ਮਾਇਆ ਦੇ ਜੋੜੇ, ਕੌਰੂ ਪਾਤਸ਼ਾਹ ਮਸ਼ਹੂਰ ਹੈ। ਕੌਰੂ ਪਾਤਸ਼ਾਹ ਨੇ 40 ਗੰਜ ਮਾਇਆ ਤੇ ਜੋੜੇ, ਐਸ ਵੇਲੇ ਜੋੜੇ ਆਪਣੀ ਲੜਕੀ ਚੌਕ ਦੇ ਵਿੱਚ ਖੜਾਤੀ 1 ਰੁਪਈਏ ਦੇ ਪਿੱਛੇ ਵੀ ਇਹਦੇ ਨਾਲ ਮੈਂ ਰਿਸ਼ਤਾ ਦੇ ਦੂੰਗਾ। ਇੱਥੇ ਤੱਕ ਉਹਨੇ 40 ਗੰਜ ਜੋੜੇ, ਕਬਰਾਂ ਪੱਟ ਕੇ ਸਿਵਿਆਂ ਦੇ ਵਿੱਚੋਂ, ਮੂੰਹਾਂ ਦੇ ਵਿੱਚੋਂ ਰੁਪਈਏ ਕੱਢਣੇ, ਕਬਰਾਂ ਪਟਾਸੀਆਂ ਸਾਰੀਆਂ ਉਹ ਵੀ ਕੱਢ ਲਏ। 40 ਗੰਜ ਹੁਣ ਇਹ ਆਪਾਂ ਨੂੰ ਨਹੀਂ ਪਤਾ ਵੀ 40 ਗੰਜ ਕਿੰਨੇ ਹੁੰਦੇ ਨੇ, ਪਤਾ ਕਿਸੇ ਨੂੰ ਭਾਈ ਦੱਸੋ ਮੈਨੂੰ, ਹੱਥ ਖੜਾ ਕਰ ਦਿਓ। 40 ਗੰਜ ਨਹੀਂ ਪਤਾ ਮਹਾਰਾਜ, ਆਪ ਹੀ ਦੱਸੋ। ਇੱਕ ਕਮਾਨ ਦੇ ਵਿੱਚ ਤੀਰ ਪਾ ਲਈ ਆਪਾਂ, ਕਮਾਨ ਦੇ ਵਿੱਚ ਤੀਰ ਪਾ ਲਿਆ, ਇੱਕ ਕਮਾਨ ਦੇ ਵਿੱਚ ਤੀਰ ਪਾ ਕੇ ਉੱਪਰ ਨੂੰ ਛੱਡ ਦਈਏ ਇਸ ਤਰ੍ਹਾਂ, ਜਿੱਥੇ ਤੱਕ ਉਹ ਵਗ ਗਿਆ ਤੀਰ। ਇੱਕ ਛੱਡ ਦਈਏ ਸੱਜੇ ਖੱਬੇ ਪਿੱਛੇ ਅੱਗੇ ਚਾਰੇ ਦੇ ਸਾਰੋਂ, ਜਿੱਥੇ ਤੱਕ ਉਹ ਵਗੇ ਉਨੀ ਜਗ੍ਹਾ ਮਾਇਆ ਨਾ ਭਰੀ ਜਾਵੇ, ਉਹਨੂੰ 1 ਗੰਜ ਕਹਿੰਦੇ ਨੇ। ਇੱਕ ਤੀਰ ਲੈ ਲਓ ਕਮਾਨ ਦੇ ਵਿੱਚ ਪਾ ਕੇ, ਉਹਨੂੰ ਉੱਪਰ ਛੱਡੋ, ਉਹਨੂੰ ਖੱਬੇ ਛੱਡੋ, ਸੱਜੇ ਛੱਡੋ, ਅੱਗੇ ਛੱਡੋ, ਪਿੱਛੇ ਛੱਡੋ। ਜਿੰਨੀ ਉਹ ਜਗ੍ਹਾ ਹੋ ਗਈ, ਪਹਿਲਾਂ ਤਾਂ ਨਾਪੀ ਨਹੀਂ ਜਾਣੀ, ਜੇ ਨਾਪੀ ਵੀ ਗਈ ਮੰਨ ਲਓ ਤਾਂ ਉਹ ਭਰੀ ਨਹੀਂ ਜਾਣੀ। ਉਹ ਜਿੰਨੀ ਭਰ ਗਈ 1 ਗੰਜ ਹੋਊਗਾ। 40 ਗੰਜ ਕੌਰੂ ਪਾਤਸ਼ਾਹ ਨੇ ਜੋੜੇ ਨੇ। ਤਾਂ ਫਿਰ ਉਹ ਕਹਿੰਦੀ ਮੂਰਖਾ, ਕਹਿੰਦੀ ਉਹ ਤਾਂ ਤੈਨੂੰ ਕੋਈ ਸਿੱਖਿਆ ਦਿੱਤੀ ਹੈ ਉਹਨਾਂ ਨੇ, ਤੂੰ ਕਿਉਂ ਮੂਰਖ ਬਣਦਾ। ਅੱਜ ਬੀਬੀਆਂ ਬਹੁਤ ਸਿਆਣੀਆਂ ਨੇ, ਬਹੁਤ ਸਿਆਣੀਆਂ ਨੇ। ਜੇ ਘਰਾਂ ਦੇ ਵਿੱਚ ਇਹ ਬੀਬੀਆਂ ਨਾ ਹੋਣ, ਮਾਤਾ ਨਾ ਹੋਣ, ਭੈਣਾਂ ਨਾ ਹੋਣ, ਪਰਿਵਾਰ ਨਹੀਂ ਚੱਲ ਸਕਦੇ, ਦਾਨ ਨਹੀਂ ਨਿਕਲ ਸਕਦੇ, ਪੁੰਨ ਨਹੀਂ ਹੋ ਸਕਦੇ। ਬੰਦੇ ਕਿੱਥੋਂ ਕਰ ਲੈਣਗੇ, ਤਾਕਤ ਨਹੀਂ ਹੈ, ਨਰਕ ਬਣ ਜਾਣਗੇ ਘਰ ਦੇ ਨੂੰ। ਸਤਿਕਾਰ ਕਰੋ, ਸਤਿਕਾਰ ਕਰੋ। ਕਿਤੇ ਕੋਈ ਮੰਨ ਲਓ ਕੋਈ ਬੀਬੀ ਕੱਢੀ ਜਾਂਦੀ ਆ, ਹਨੇਰਾ ਹੋ ਗਿਆ, ਉਹਨੂੰ ਹੱਥ ਜੋੜ ਕੇ ਭੈਣ ਜੀ, ਬੀਬੀ ਜੀ, ਮੈਂ ਤੁਹਾਨੂੰ ਗੱਡੀ ਕਰਕੇ ਦੇਣਾ, ਲੱਗ ਜਾਣਾ ਕਿਰਾਏ ਦੇ ਪੈਸੇ, ਕੋਈ ਪਰਵਾਹ ਨਾ ਸਮਝੋ। ਪੈਸੇ ਕਿਰਾਏ ਦੇ ਗੱਡੀ ਕਰਕੇ ਉਹਨੂੰ ਛੱਡ ਕੇ ਆਓ, ਜਗ੍ਹਾ 'ਤੇ ਪਹੁੰਚਾ ਕੇ ਆਓ, ਘਰ ਪਹੁੰਚਾ ਕੇ ਆਓ। ਫਿਰ ਮਾਨਸ ਇਹੀ ਹੈ ਸਾਡੀ ਇਹ। ਆਪਣੀ ਮਾਂ ਦੇ ਚਰਨ ਕੁੱਟੋ, ਸੇਵਾ ਕਰੋ। ਮੈਂ ਚਰਨ ਕੁੱਟਣੇ 2 ਟਾਈਮ ਆ ਕੇ, ਮੈਂ ਕਾਜੂ ਦੀਆਂ ਗਿਰੀਆਂ, ਬਦਾਮਾਂ ਦੀਆਂ ਗਿਰੀਆਂ ਮੈਂ ਆਪਣੀ ਮਾਂ ਨੂੰ ਸਿਖਾਉਣੀਆਂ। ਗੋਦੀ 'ਚ ਬੈਠ ਕੇ 80-85 ਸਾਲ ਦੇ ਨੇ, ਚਿੱਟੀ ਦਾੜੀ ਸੀ ਮੇਰੀ। ਮਾਂ ਨੇ ਮੇਰੇ ਛਕੜਿਆ ਪਿਆਰ ਦੇਣਾ, ਬਹੁਤ ਪਿਆਰ ਦਿੰਦੇ ਨੇ। ਮਾਂ ਨੇ ਦਾ ਪਿਆਰ ਕੁਝ ਦਿੰਦੇ ਨਹੀਂ ਹੈ। ਜਿਉਂਦਾ ਰਹਿ ਪੁੱਤ, ਵਸਦਾ ਰਹਿ ਪੁੱਤ, ਤੇਰੀ ਚੜ੍ਹਦੀ ਕਲਾ ਰਹਿ ਪੁੱਤ, ਤੇਰੀ ਕਿਸੇ ਦੇ ਹਾਰ ਨਾ ਹੋਵੇ ਪੁੱਤ। ਕਿੰਨੇ ਦਿੰਦੀਆਂ ਨੇ ਬੀਬੀਆਂ, ਬਹੁਤ ਦਿੰਦੀਆਂ ਨੇ। ਤਾਂ ਸਾਧ ਸੰਗਤ ਜੀ, ਚਲੋ ਇਹ ਤੁਹਾਡੇ ਮੰਨਣਾ, ਸੰਤਾਂ ਦਾ ਬਚਨ ਉਹਦੇ ਮੰਨਣ ਕਰਦਾ ਤੁਹਾਡਾ ਆਪਣਾ ਖਿਆਲ ਹੈ। ਇਹ ਚਾਰੇ ਬਾਣੀਆਂ ਵਿੱਚ ਤਾਂ ਨਾਮ ਜਪੋ।
ਇਹ ਵਚਨ ਮੰਨੋ ਜਿਹੜੇ ਮੈਂ ਦੱਸੇ ਨੇ। ਕਿਸੇ ਨਾਲ ਬੇਈਮਾਨੀ ਨਾ ਕਰੋ, ਝੂਠ ਨਾ ਬੋਲੋ, ਸੱਚ ਬੋਲੋ। ਔਰ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਇਹ ਵੀ ਬਾਣੀ ਵਿੱਚ ਲਿਖੇ ਹੋਏ ਨੇ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਜਤੀ ਕਹਾਵੇ, ਪਰ ਨਾਰੀ ਧੀ ਭੈਣ ਗਮਾਣੇ। ਆਪਣੇ ਛੋਟੀ ਨੂੰ, ਬੱਚੀ, ਬੀਬੀਆਂ ਵਾਸਤੇ ਵੀ ਹਦਾਇਤ ਆ, ਆਪਣੇ ਛੋਟਿਆਂ ਨੂੰ ਭਰਾ। ਜਿਵੇਂ ਆਪਣੇ ਭਾਈਆਂ ਨੂੰ ਪਿਆਰ ਦਿੰਦੇ ਹੋ, ਉੱਦਾਂ ਆਪਣੇ ਛੋਟੇ ਨੂੰ ਪਿਆਰ ਦਿਓ, ਸਮਝ ਕੇ। ਔਰ ਸਾਧ ਸੰਗਤ ਜੀ, ਅਤੇ ਫਿਰ ਜਿਹੜੀਆਂ ਮਾਵਾਂ ਨੇ, ਮਾਵਾਂ ਸਾਰੇ ਦੇਖ ਕੇ ਜਿਹੜੇ ਆਪਣੇ ਬੜੀਆਂ ਨੇ, ਜਿਹੜੇ ਉਹਨਾਂ ਨੂੰ ਵੱਡੇ ਉਮਰ ਦੇ ਨੇ, ਉਹਨਾਂ ਨੂੰ ਬਾਪ ਦੇ ਸਮਾਨ ਪਿਆਰ ਦੇਣ। ਔਰ ਭਾਈਆਂ ਨੂੰ ਬੜੀ ਜਿਹੜੇ ਬੀਬੀਆਂ ਨੇ, ਉਹਨਾਂ ਨੂੰ ਮਾਤਾ ਸਮਝ ਕੇ ਉਹਦਾ ਸਤਿਕਾਰ, ਆਪਣੀ ਮਾਤਾ ਜਨਮ ਲਿਆ ਉਹ ਦੇਣ। ਜਿਹੜੇ ਬਰਾਬਰ ਦੇ ਨੇ ਭੈਣਾਂ, ਛੋਟੀਆਂ ਨੇ ਬੱਚੀਆਂ, ਇਸ ਕਰਕੇ ਇਹ ਸਤਿਕਾਰ ਕਰੋ ਅਤੇ ਦਿਓ। ਤਾਂ ਹੁਣ ਸਾਧ ਸੰਗਤ ਜੀ, ਫਿਰ ਇਹ ਬਚਨ ਕਰਦੇ ਨੇ ਕੌਰੂ ਪਾਤਸ਼ਾਹ। 40 ਗੰਜ ਮੈਂ ਤੁਹਾਨੂੰ ਦੱਸਤਾ, ਸੂਈ ਸੰਤਾਂ ਦੀ ਨਾਲ ਨਹੀਂ ਜਲੀ, 40 ਗੰਜ ਕਿਵੇਂ ਜਲ, ਗਿਆਨ ਹੋ ਗਿਆ ਉਹਨੂੰ। ਜਦੋਂ ਕਿਹਨੇ ਕਿਹਾ? ਉਹਦੇ ਘਰ ਵਾਲੀ ਨੇ। ਹੁਣ ਤਾਂ ਕਰਿਆ ਸੀ ਬਚਨ, 7 ਵਾਰ ਲੈ ਜੂਗਾ ਜੀ ਮੈਂ। ਜਦੋਂ ਘਰ ਵਾਲੀ ਨੇ ਕਿਹਾ, ਕੀ ਬਚਨ ਕਹੇ, ਇੱਦਾਂ ਕਹੋ ਘਰ ਵਾਲੀ ਨੇ ਕੀ ਕਹੇ। ਸੂਈ ਸੰਤਾਂ ਦੀ ਲਾੜ ਨਹੀਂ ਉਹ ਜਾਣੀ, ਉਹ 40 ਗੰਜ ਕਿਵੇਂ ਜਾਣਗੇ। ਸੂਈ ਸੰਤਾਂ ਦੀ ਲਾੜ ਨਹੀਂ ਉਹ ਜਾਣੀ, 40 ਗੰਜ ਕਿਵੇਂ ਜਾਣਗੇ। 40 ਗੰਜ ਗੰਜ ਜੀ ਉਹ ਕਿਵੇਂ ਜਾਣਗੇ। 40 ਗੰਜ ਜੀ ਉਹ ਕਿਵੇਂ ਜਾਣਗੇ। ਗੰਜ ਜੀ ਕਿਵੇਂ ਜਾਣਗੇ। 40 ਗੰਜ ਜੀ ਕਿਵੇਂ ਜਾਣਗੇ। 40 ਗੰਜ ਜੀ ਕਿਵੇਂ ਜਾਣਗੇ। 40 ਗੰਜ ਜੀ ਕਿਵੇਂ ਜਾਣਗੇ।
ਸੰਤਾਂ ਦੀ ਨਾੜ ਨਹੀਂ ਜਾਣੀ, ਕੋਈ ਨਾੜ ਨਹੀਂ ਜਾਣੀ, 40 ਗੰਜ ਕਿਵੇਂ ਜਾਣਗੇ, ਕੋਈ ਸੰਤਾਂ ਦੀ ਨਾੜ ਨਹੀਂ ਜਾਣੀ, 40 ਗੰਜ ਕਿਵੇਂ ਜਾਣਗੇ। ਕੋਈ ਸੰਤਾਂ ਦੀ ਨਾੜ, ਕੋਈ 40 ਗੰਜ ਸੂਈ ਸੰਤਾਂ ਦੀ ਨਾਲ ਨਹੀਂ ਉਹ ਜਾਣੀ, 40 ਗੰਜ ਕਿਵੇਂ। ਉਹਦੇ ਘਰ ਵਾਲੀ ਕਹਿੰਦੀ ਕਿਉਂ ਮੂਰਖ ਬਣਦਾ, ਇਹ ਤਾਂ ਨਾਲ ਤਾਂ ਤੇਰੇ ਸੂਈ ਤਾਂ ਕੀ ਜਾਊ, ਤੇਰੇ ਨਾਲ ਤਾਂ ਤੇਰਾ ਸਰੀਰ ਨਹੀਂ ਜਾਣਾ, ਤੂੰ ਕਿਵੇਂ ਬਚ ਜਾਏਗਾ। ਮੈਂ ਤਾਂ ਭੁੱਲੋ ਕੀ ਗੱਲ, ਭੁੱਲੋ ਕੀ। ਘਰ ਵਾਲੀ ਨੇ ਕਿਹਾ ਜਾ ਕੇ ਮਾਫੀ ਮੰਗ ਕੇ ਆ, ਉਹ ਰੱਬ ਨੇ, ਉਹ ਪਰਮੇਸ਼ਰ ਨੇ, ਉਹ ਸਾਧ ਨਹੀਂ ਆਉਣਗੇ। ਬਾਗੇ ਆਉਂਦਾ ਭੱਜਿਆ ਕਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਚਾਨੀ ਲਿਟ ਗਿਆ, ਚਾਨੀ ਲਿਟ ਗਿਆ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੋ ਨਾਨਕ ਨੀਚ ਕਰਮਾ ਸਨ ਭਲੇ, ਜੋ ਸਰਨ ਆਵੈ ਤਿਸ ਕੰਠ ਲਾਵੈ, ਉਹ ਬਿਰਧ ਸੁਆਮੀ ਸ਼ੰਦਾ। ਗੁਰੂ ਨਾਨਕ ਬਖਸ਼ਣਾ ਦੀ ਬਖਸ਼ਤਾ ਇੱਕ ਧਾਰਨਾ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ। ਟਾਈਮ ਹੋ ਗਿਆ, ਕਿਉਂਕਿ ਸਾਧ ਸੰਗਤ ਇਹ ਅੱਜ ਦੂਜਾ ਦੀਵਾਨ ਹੈ। 5 ਦੀਵਾਨਾਂ ਦੀ ਕਿਰਪਾ, 5 ਦੀਵਾਨ ਉਹਦੇ ਲਾਉਣੇ ਨੇ, ਇਹ ਲੱਗਣਗੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ। ਗੁਰੂ ਨਾਨਕ ਪਾਤਸ਼ਾਹ ਕਿਰਪਾ ਰੱਖਣ, ਸਰੀਰ ਠੀਕ ਰੱਖਣ, ਅਤੇ ਇਹ ਇਹਨਾਂ ਦੀ ਕਿਰਪਾ ਨਾਲ ਹੀ ਨਿਭੂਗੀ ਗੱਲ। ਉਸ ਤੋਂ ਬਾਅਦ ਦੇ ਵਿੱਚ 2 ਦੀਵਾਨ ਐਕਸ਼ਨ ਸਾਹਿਬ ਦੇ ਘਰ ਉਹਨਾਂ ਦੇ ਲਾਵਾਂਗੇ। ਸਾਰੀਆਂ ਖੇਡਾਂ ਪ੍ਰੇਮ ਦੀਆਂ ਨੇ, ਜਿਨ ਪ੍ਰੇਮ ਕੀਓ ਤੈਨੇ ਪ੍ਰਭ ਆਇਓ, ਸਭ ਤੋਂ ਵੱਡੀ ਖੇਡ। ਪਿਆਰ ਬਣਾ ਕੇ ਰੱਖੋ ਆਪਸ ਵਿੱਚ ਹੀ, ਪ੍ਰੇਮ ਬਣਾ ਕੇ ਰੱਖੋ ਆਪਸ ਵਿੱਚ ਹੀ। ਇੱਕ ਬਚਨ ਫਰੀਦ ਦੇ ਨਾ ਭੁੱਲਿਆ ਕਰੋ, ਫਰੀਦ ਦੇ ਬਚਨ ਕਦੇ ਪੜ੍ਹ ਲਿਆ ਕਰੋ। ਭਾਵੇਂ ਕੀ ਕਹਿੰਦਾ ਫਰੀਦ, ਫਰੀਦ ਕਹਿੰਦਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਕਹਿੰਦੇ ਜੇ ਤੂੰ ਬੁਰੇ ਦਾ ਭਲਾ ਲੱਗ ਜਾਏ ਨਾ ਕਰਨਾ, ਤੇਰੀ ਦੇਹੀ ਨੂੰ ਰੋਗ ਲੱਗਣੇ, ਤੇਰੇ ਪੱਲੇ ਸਾਰੀ ਭਗਤੀ ਪੈ ਜੂਗੀ। ਲੈ ਤੁਸੀਂ ਨਾਮ ਘੱਟ ਜਪੋ, ਸਿਮਰਨ ਘੱਟ ਕਰੋ। ਜਿਹੜੇ ਤੁਹਾਨੂੰ ਮੈਂ ਬਚਨ ਕਹੇ ਨੇ ਲੈ ਮੰਨਣ ਲੱਗ ਜਾਓ। ਜਿਹੜੇ ਮੈਂ ਬਚਨ ਕਹੇ ਨੇ, ਲੜਕੀ ਬਾਰੇ ਕਹੇ ਨੇ, ਮਾਤਾ ਬਾਰੇ ਕਹੇ ਨੇ, ਘਰ ਵਾਲੀ ਵਾਸਤੇ ਕਹੇ ਨੇ, ਲੱਗ ਜਾਓ ਮੰਨਣ। ਦੂਜੇ ਕਹੇ ਨੇ, ਇੱਕ ਨੇ ਕਿਹਾ ਦੂਜੇ ਨੇ ਬਾਨੀ, ਲੱਗ ਜਾਓ। ਉਹ ਚੀਜ਼ ਕਹਿੰਦਾ ਲਓ ਜੀ ਮੈਂ ਜਾਣਾ ਭੱਜ ਕੇ, ਮੈਂ ਲਿਆਉਣਾ, ਤੂੰ ਬਹਿ ਜਾ ਮੈਂ ਲਿਆਉਣਾ। ਉਹਨੇ ਕਿਹਾ ਤੂੰ ਲਿਆ ਨਾ, ਤੂੰ ਬਹਿ ਜਾ ਮੈਂ ਜਾਣਾ, ਭੱਜ ਕੇ ਜਾਣਾ। ਉੱਥੇ ਦੇਖੋ ਫਿਰ ਕੀ ਰੰਗ ਵਰਸਦੇ ਨੇ, ਸਾਰੇ ਰੰਗ ਵਰਸਣ ਲੱਗ ਜਾਣਗੇ। ਇਹਨਾਂ ਨੂੰ ਮੰਨੋ, ਇਹ ਬੰਧਨ ਕਰਨਾ ਹੀ ਭਗਤੀ ਹੈ। ਅਤੇ ਬਾਕੀ ਜੋ ਕੁਛ ਵੀ ਇਹ ਬਚਨ ਆਉਂਦੇ ਨੇ ਉਹਨਾਂ ਨੂੰ ਖਵਾਓ, ਥੋੜ੍ਹਾ ਜਲ ਸਫਰ ਹੋ ਜਾਊਗਾ। ਪਵ ਜਲ ਸਾਗਰ ਪਾਰ ਲੰਘ ਜਾਓਗੇ। ਮੈਂ ਦਾਅਵੇ ਨਾਲ ਕਹਿਣਾ ਕਰ, ਮਹਾਂਪੁਰਸ਼ ਸਾਰੇ ਇੱਕ ਨੇ, ਸਾਧ ਫਕੀਰ ਇੱਕ ਨੇ। ਰੱਬ ਦੇ ਬੰਦਿਆਂ ਨੂੰ ਰੱਬ ਜਾਣੀ ਹੈ, ਰੱਬ ਦੇ ਬੰਦਿਆਂ ਨੂੰ ਰੱਬ ਜਾਣੀ ਹੈ। ਜਿਹੜੇ ਬੰਦੇ ਨੇ ਇਹਨਾਂ ਵਿੱਚ ਵੀ ਪਰਮੇਸ਼ਰ ਹੈ, ਅਕਾਲ ਪੁਰਖ ਵਸਦਾ। ਫਿਰ ਆਪਾਂ ਜਿਹਦੇ ਵਿੱਚ ਪਰਮੇਸ਼ਰ ਨੂੰ ਕੀ ਸਮਝਾਂਗੇ? ਆਪਾਂ ਰੱਬ ਨਹੀਂ ਸਮਝਾਂਗੇ, ਰੱਬ ਰੱਬ ਦੇ ਬੰਦੇ ਰੱਬ ਜਾਣੋ। ਅਤੇ ਹੁਣ ਸਾਧ ਸੰਗਤ ਗੁਰੂ ਸਤੋਤਰ ਤੋਂ ਬਾਅਦ ਅਰਦਾਸ, ਅਰਦਾਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਸਾਰੀਆਂ ਸੰਗਤਾਂ ਨੇ, ਗੁਰੂ ਦਾ ਲੰਗਰ ਤਿਆਰ ਹੈ,
ਲੰਗਰ ਛਕ ਕੇ ਜਾਣਾ। ਦੇਖੋ ਲੰਗਰ ਕਿ ਬਣਾਇਆ ਹੋਵੇ ਛਕਣਾ, ਇਹ ਵੀ ਇੱਕ ਭਗਤੀ ਹੈ ਭਾਈ। ਇਹ ਲੰਗਰ ਹੈ ਸ਼ੀਤਲ ਪ੍ਰਸਾਦ ਦਾ। ਇਹ ਲੰਗਰ ਆ ਛਕ ਕੇ ਨਾ, ਮੈਂ ਦਾਅਵੇ ਨਾਲ ਕਹਿਣਾ ਤੁਹਾਨੂੰ, ਜਿਹੜਾ ਸਰਦਾ ਕਰਕੇ ਛਕੂਗਾ ਉਹਦੀ ਸਾਰੀ ਬਿਮਾਰੀ ਟੁੱਟ ਜਾਣਗੀਆਂ, ਸਾਰੇ ਰੋਗ ਟੁੱਟ ਜਾਣਗੇ। ਕਿਉਂ ਟੁੱਟ ਜਾਣਗੇ? ਇਹ ਜਦੋਂ ਆਪਾਂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਕਰਾਉਂਦੇ ਹਾਂ, ਅਰਦਾਸ ਕਰਾ ਕੇ ਇਹਨੂੰ ਸ੍ਰੀ ਸਾਹਿਬ ਭੇਟ ਕਰਦੇ ਹਾਂ। ਜਦੋਂ ਸ੍ਰੀ ਸਾਹਿਬ ਭੇਟ ਕਰਦੇ ਹਾਂ, ਇਹ ਬਣ ਗਿਆ ਸ਼ੀਤਲ ਪ੍ਰਸਾਦ। ਸ਼ੀਤਲ ਪ੍ਰਸਾਦ ਜੇ ਤੁਸੀਂ ਕਿਸੇ ਨਾਮ ਦੇ ਜਪਣ ਵਾਲੇ ਦਾ ਸ਼ਰਧਾ ਦੇ ਨਾਲ ਇੱਕ ਥੋੜ੍ਹਾ ਜਿਹਾ ਸ਼ੀਤਲ ਪ੍ਰਸਾਦ ਵੀ ਲੈ ਲਵੋ ਨਾ, ਮਾੜਾ ਜਿਹਾ ਵੀ, ਤੁਹਾਡਾ 10 ਦੁਆਰਾ ਐਂ ਖੁੱਲ੍ਹ ਜੂਗਾ, ਜਿਵੇਂ 100 ਬੜ ਦਾ ਬਾਲੋਂ ਖੁੱਲ੍ਹਾ ਹੁੰਦਾ, ਇੱਦਾਂ ਖੁੱਲ੍ਹ ਜੂਗਾ। ਜਦੋਂ ਰਾਣਾ ਸਾਹਿਬ ਨੇ ਮਹਾਂਪੁਰਖ ਸਰੀਰ ਦੇ ਵਿੱਚ ਸੀਗੇ, ਉਹਦੇ 3-3 ਘੰਟੇ ਲਾਈਨਾਂ ਲੱਗ ਜਾਂਦੀਆਂ ਸੀਆਂ, ਭਾਈਆਂ ਦੀਆਂ, ਬੀਬੀਆਂ ਦੀਆਂ ਲਾਈਨਾਂ 3-3 ਘੰਟੇ। ਜਦੋਂ ਸੰਤਵਾਰ ਜੀ ਪ੍ਰਸ਼ਾਦਾ ਛਕ ਕੇ ਬਾਹਰ ਨਿਕਲਦੇ ਤੇ ਜਿਹੜਾ ਸੰਤਵਾਰ ਦਾ ਸ਼ੀਤਲ ਪ੍ਰਸਾਦ ਹੋਣਾ ਸੀ, ਉਹ ਕਿਸੇ ਨੂੰ ਮਿਲਦੇ 3-3 ਘੰਟੇ ਬਾਅਦ ਮਾੜਾ ਮਿਲਦਾ ਸੀ, ਇੰਨਾ ਬਸ ਬੜਾ ਜਿਹਾ। ਫਿਰ ਕਿਉਂ ਲੈਣਾ? ਜਿਹੜਾ ਸ਼ੀਤਲ ਪ੍ਰਸਾਦ ਛਕ ਰਿਹਾ ਨਾ, ਅੱਜ ਬਰਮ ਗਿਆਨੀ ਬਣਿਆ ਹੋਏ ਨੇ, ਪਰ ਇਹਦੀ ਬਹੁਤ ਬੜੀ ਤਾਕਤ ਆ। ਪਰ ਆਪਾਂ ਅੱਜ ਉਹਨੇ ਸ਼ਰਧਾ ਨਾ ਬਣਦੀ, ਲੋੜ ਤਾਂ ਸ਼ਰਧਾ ਦੀ ਹੈ। ਜੇ ਸ਼ਰਧਾ ਬਣ ਜਾਵੇ ਫਿਰ ਤਾਂ ਰੱਬ ਕਿਤੇ ਦੂਰ ਆ, ਰੱਬ ਦਾ ਨਾਲ ਹੀ ਹੈ, ਅੰਦਰ ਹੈ, ਅੰਦਰ ਵੀ ਇਹੀ ਹੈ, ਬਾਹਰ ਵੀ ਹੋਈ ਹੈ, ਸਭ ਕੁਛ ਹੋਈ ਹੈ। ਸਾਰੀ ਸੰਗਤ ਗੁਰੂ ਜੀ ਤੋਂ ਸਭੀ ਰਸਤਾ ਮਿੱਤਰ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ।
ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਤੇਰਾ ਪੰਥ ਸਾਰ ਦਾ ਧਨ ਹੈ ਧਨ ਹੈ ਤੇਰੀ ਦਾਤ ਸਗਤ ਦੀ ਧਨ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ 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 ਵਾਹਿਗੁਰੂ ਬੋਲ 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 ਵਾਹਿਗੁਰੂ 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 ਬੋਲ ਪਿਆਰਿਆ ਮਿੱਤਰਾਂ ਨੂੰ ਦੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਮਿੱਤਰਾਂ ਦੇ ਦੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਕੁਛ ਨਾ ਦੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਮਿੱਤਰਾਂ ਦੇ ਦੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਪਿਆਰਾ ਲੱਗੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਪਿਆਰਾ ਲੱਗੂਗਾ ਬੋਲ ਪਿਆਰਿਆ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਛੋਟਾ ਕਰ ਤੁਮ